ਵਧੀਆ ਮੈਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਸਤਵਿੰਦਰ ਟੀ ਨੂੰ ਇਸ ਹਫਤੇ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ, ਜੋ ਕਿ ਆਪਾਂ ਹਮੇਸ਼ਾ ਟੀਵੀ ਏਸ਼ੀਆ ਤੇ ਲੈ ਕੇ ਆਨੇ ਆ। ਕਰੰਟ ਪੋਲੀਟੀਕਲ ਜਿਹੜੇ ਇਸ਼ੂ ਆ ਚੱਲ ਰਹੇ ਆ ਭਾਰਤ ਦੇ, ਇੰਡੀਆ ਦੇ ਜਾਂ ਪੰਜਾਬ ਦੀ ਆਪਾਂ ਗੱਲ ਕਰਦੇ, ਕਿਉਂਕਿ ਆਪਾਂ ਜ਼ਿਆਦਾ ਪੰਜਾਬ ਦੇ ਨਾਲ ਜੁੜੇ ਹੋਏ ਆ। ਤੇ ਦੁਨੀਆ ਦੇ ਵਿੱਚ ਕਿਤੇ ਵੀ ਪੰਜਾਬੀ ਜਿੱਥੇ ਚਲੇ ਜਾਣ, ਲੇਕਿਨ ਜਿਹੜਾ ਸਿਆਸਤ ਹੈ ਉਹਨਾਂ ਦੇ ਖੂਨ ਦੇ ਵਿੱਚ ਵਸੀ ਹੋਈ ਹੈ। ਉਹ ਜਿਹੜੀ ਸਿਆਸਤ ਹੈ ਉਹਦੇ ਤੋਂ ਉਹ ਕਦੇ ਆਪਣੇ ਆਪ ਨੂੰ ਅਲੱਗ ਨਹੀਂ ਕਰ ਸਕਦੇ। ਪੰਜਾਬ, ਪੰਜਾਬੀ, ਪੰਜਾਬੀਅਤ ਜਿੱਥੇ ਚੱਲਦੀ ਹੈ ਉੱਥੇ ਨਾਲ ਉਹਨਾਂ ਦੀ ਸਿਆਸਤ ਵੀ ਚੱਲਦੀ ਹੈ। ਤੇ ਪੰਜਾਬ ਦੇ ਆਪਾਂ ਗੱਲ ਕਰਦੇ ਥੋੜੀਆਂ ਜਿਹੜੀਆਂ ਵੱਡੀਆਂ ਖਬਰਾਂ ਆ ਰਹੀਆਂ, ਪਹਿਲਾਂ ਉਹਨਾਂ ਦੇ ਬਾਰੇ ਚ ਗੱਲ ਕਰ ਲਈਏ। ਸਭ ਤੋਂ ਵੱਡੀ ਖਬਰ ਜੋ ਆ ਰਹੀ ਹੈ ਇਸ ਸਮੇਂ, ਜਿਹੜੇ ਮੌਰੀਸ਼ੀਅਸ ਦੇ 3 ਵੱਡੇ ਵਪਾਰੀ ਸੀ, ਜਿਹੜੇ ਫੋਰਨ ਪੋਰਟਫੋਲੀਓ ਨਿਵੇਸ਼ਕ ਸੀਗੇ ਅਡਾਨੀ ਗਰੁੱਪ ਦੇ ਵਿੱਚ, ਉਹਨਾਂ ਦੀ ਜਿਹੜੇ ਅਕਾਊਂਟ ਹੈ ਸੀਲ ਹੋਣ ਕਰਕੇ ਲਗਭਗ 73,000 ਕਰੋੜ ਦਾ ਅਡਾਨੀ ਗਰੁੱਪ ਦੇ ਜਿਹੜੇ ਸ਼ੇਅਰ ਉਹਨਾਂ ਦਾ ਘਾਟਾ ਪੈ ਰਿਹਾ, ਥੱਲੇ ਗਏ ਨੇ। ਤੇ ਜਿਹੜੇ ਕੈਪਟਨ ਪੱਖੀ ਜਿਹੜੇ MLA ਹੈ, ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਪਹੁੰਚ ਕੀਤੀ ਹੈ। ਉਹਨਾਂ ਨੇ ਕੁਝ ਜਿਹੜੇ ਫੋਨ ਰਿਕਾਰਡਿੰਗਸ ਹੈ ਉਹ ਸਾਂਝੀ ਕੀਤੀ ਹੈ। ਦੂਜੇ ਬੰਨੇ ਵੀਰ ਦਵਿੰਦਰ ਹੁਣੀ, ਜੋ ਕਿ ਮੋਹਾਲੀ ਦੇ ਵਿੱਚ ਬੜਾ ਚਰਚਿਤ, ਬਹੁਤ ਚਰਚਿਤ ਘੁਟਾਲਾ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਸਟੈਂਪ ਘੁਟਾਲਾ ਸੀ ਕਿ ਹੁਣ ਸਰਕਾਰ ਉਹ ਪਟਵਾਰੀ ਨੂੰ ਔਰ ਕਾਨੂੰਗੋ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜਿਹੜੇ ਬਾਹਰ ਵੱਸਦੇ ਨੇ ਉਹਨਾਂ ਦੇ ਲਈ ਤੇ ਪੰਜਾਬ ਲਈ ਇੱਕ ਹੋਰ ਖੁਸ਼ੀ ਦੀ ਖਬਰ ਇਹ ਹੈ ਕਿ 10 AC ਬੱਸਾਂ ਚੱਲ ਰਹੀਆਂ ਨੇ ਦਿੱਲੀ ਤੋਂ, ਜਿਹੜੋ ਦਿੱਲੀ ਅੰਤਰਰਾਜੀ ਬੱਸ ਅੱਡਾ ਹੈ ਉਹ ਤੋਂ ਪੰਜਾਬ ਦੇ ਲਈ। ਤੇ ਹੋਰ ਜਿਹੜਾ ਸਿਆਸਤ ਦਾ ਮਾਹੌਲ ਵੀ ਭਖਿਆ ਹੋਇਆ ਤੇ ਸਿੱਟ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨੂੰ ਤਲਬ ਕੀਤਾ ਗਿਆ ਹੈ। ਤੇ ਇਹਦੇ ਨਾਲ ਜਿਹੜੀਆਂ 2022 ਦੀਆਂ ਚੋਣਾਂ ਹੈ ਉਹਦੇ ਮੱਦੇਨਜ਼ਰ ਵੀ ਕਾਫੀ ਮਾਹੌਲ ਗਰਮ ਹੈ। ਤੇ ਸਾਡੇ ਜਿਵੇਂ ਕਿ ਪਤਾ ਹੀ ਹੈ ਕਿ ਭਾਰਤ ਦੇ ਵਿੱਚ ਜਿਹੜਾ ਪੱਤਰਕਾਰੀ ਦਾ ਮਿਆਰ ਵੀ ਕਿੰਨਾ ਗਿਰ ਚੁੱਕਾ ਹੈ। ਕਰੋਨਾ ਦੇ ਦੌਰਾਨ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਫੇਲ ਹੋਈਆਂ ਤੇ ਉਹਨਾਂ ਦੇ ਬਾਰੇ ਚ ਕਹਿਣ ਦੀ ਬਜਾਏ ਤੇ ਜਿਹੜੇ ਪੱਤਰਕਾਰ ਮੀਡੀਆ ਹੈ, ਕੁਛ ਇੱਕ ਤਬਕਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਇੱਕ ਤਬਕਾ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਦੇ ਨਾਲ ਜੋੜਿਆ ਗਿਆ, ਜਦ ਕਿ ਉਹ ਇੱਕ ਰੋਜ਼ੀ ਰੋਟੀ ਦੀ ਲੜਾਈ ਦੇ ਲਈ, ਕੁੱਲੀ ਜੁੱਲੀ ਦੀ ਲੜਾਈ ਦੇ ਲਈ, ਉਹ ਆਪਣੇ ਹੱਕ ਲੈਣ ਦੇ ਲਈ ਉੱਥੇ ਬੈਠੇ ਸੀ। ਇਸੇ ਗੱਲ ਦਾ ਤਬਸਰਾ ਕਰਨ ਦੇ ਲਈ ਸਾਡੇ ਨਾਲ ਭਾਰਤ ਤੋਂ ਜੁੜੇ ਨੇ ਬਹੁਤ ਹੀ ਸਤਿਕਾਰਯੋਗ ਤੇ ਸੀਨੀਅਰ ਪੱਤਰਕਾਰ ਸਰਦਾਰ ਬਲਜੀਤ ਸਿੰਘ ਬਰਾੜ ਜੀ, ਜੋ ਕਿ ਪੰਜਾਬ ਟਾਈਮਜ਼ ਦੇ ਐਡੀਟਰ ਨੇ ਤੇ ਇਸ ਤੋਂ ਪਹਿਲਾਂ ਕਾਫੀ ਅਦਾਰਿਆਂ ਦੇ ਨਾਲ ਵੀ ਜੁੜੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ ਟੀਵੀ ਏਸ਼ੀਆ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਰਾੜ ਸਾਹਿਬ, ਤੁਸੀਂ ਟੀਵੀ ਏਸ਼ੀਆ ਤੇ ਆਏ, ਸਾਡੇ ਦਰਸ਼ਕਾਂ ਨੂੰ ਪਲੀਜ਼ ਪਹਿਲਾਂ ਦੱਸੋ ਆਪਣੇ ਪਿਛੋਕੜ ਬਾਰੇ। ਤੁਸੀਂ ਕਿੱਥੋਂ ਚੱਲ ਕੇ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਕਿ ਆਪਣਾ ਜਲੰਧਰ ਦੇ ਵਿੱਚ ਤੁਸੀਂ ਖੁਦ ਪੰਜਾਬ ਟਾਈਮ ਨਾਮ ਦਾ ਅਦਾਰਾ ਚਲਾਉਂਦੇ ਹੋ, ਜੋ ਕਿ ਪੰਜਾਬੀ 'ਚ ਵੀ ਪ੍ਰਕਾਸ਼ਿਤ ਹੁੰਦਾ ਤੇ ਅੰਗਰੇਜ਼ੀ ਵਿੱਚ ਵੀ। ਇੱਥੋਂ ਤੱਕ ਦਾ ਸਫ਼ਰ ਉਹ ਕਿਵੇਂ ਰਿਹਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਹਰ ਤੁਹਾਡੇ ਜਿਹੜੇ ਟੀਵੀ ਦਰਸ਼ਕ ਨੇ ਸਾਰੇ, ਜਿਹੜੇ ਸਾਰੇ ਸੁਚਿੰਤਕ ਨੇ ਸਾਰੇ, ਤੇ ਤੁਹਾਡੇ ਮਾਲਕ ਨੇ ਜਿਹੜੇ ਇਸ ਅਦਾਰੇ ਨੂੰ ਚਲਾ ਰਹੇ ਨੇ, ਤੁਸੀਂ ਬਹੁਤ ਅੱਛਾ ਅਦਾਰਾ ਇੱਕ ਖੜਾ ਕੀਤਾ ਹੈਗਾ। ਪੰਜਾਬੀਆਂ ਨੂੰ ਮਾਣ ਆ ਤੁਹਾਡੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ, ਸਤਿ ਸ੍ਰੀ ਅਕਾਲ ਕਹਿਣਾ। ਦੂਸਰੀ ਗੱਲ, ਮੇਰੀ ਨਿੱਜੀ ਤੌਰ ਤੇ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ, ਪਰ ਮੈਂ ਸੋਚਦਾ ਵੀ ਮੇਰੇ ਵਾਂਗ ਹਰ ਵਿਅਕਤੀ ਨੂੰ ਹੀ ਸੰਘਰਸ਼ ਕਰਨਾ ਪੈਂਦਾ ਹੈ। ਹਰ ਵਿਅਕਤੀ ਦੀ ਇਸ ਸੰਸਾਰ ਦੇ ਵਿੱਚ ਇੱਕ ਵੱਖ-ਵੱਖ ਡਿਊਟੀ ਹੈਗੀ, ਉਹਨੇ ਉਹ ਕੰਮ ਕਰਨਾ, ਉਹਦੇ ਲਈ ਉਹ ਤੈਅ ਹੈਗਾ। ਪਰ ਅਸੀਂ ਉਹ ਕਿੰਨਾ ਡੈਡੀਕੇਸ਼ਨ ਨਾਲ ਕਰਦੇ ਹਾਂ, ਕਿੰਨਾ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਕਿੰਨਾ ਅਸੀਂ ਇਸ ਦੁਨੀਆ ਨੂੰ ਸੁੰਦਰ ਬਣਾਉਣ ਵਾਸਤੇ, ਸੋਹਣਾ ਬਣਾਉਣ ਵਾਸਤੇ ਕਰਦੇ ਹਾਂ। ਉਹ ਮੇਰੇ ਖਿਆਲ ਗਿਣਨਯੋਗ ਚੀਜ਼ ਹੁੰਦੀ ਹੈਗੀ। ਆਪਣੇ ਲਈ ਕਾਰੋਬਾਰ ਕਰਨਾ, ਆਪਣੇ ਬੱਚਿਆਂ ਲਈ ਕਾਰੋਬਾਰ ਕਰਨਾ ਜਾਂ ਆਪਣੇ ਪੇਟ ਲਈ ਕਾਰੋਬਾਰ ਕਰਨਾ, ਰੋਟੀ ਕਮਾਉਣਾ, ਇਹ ਇੱਕ ਆਮ ਗੱਲ ਹੈਗੀ। ਪਰ ਇਹ ਤੋਂ ਗਾਹਾਂ ਇਹ ਹੈ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ, ਕੋਈ ਵੀ ਪ੍ਰੋਫੈਸ਼ਨ ਵਿੱਚੋਂ, ਬੇਸ਼ੱਕ ਤੁਸੀਂ ਪੱਤਰਕਾਰ ਹੋ, ਬੇਸ਼ੱਕ ਤੁਸੀਂ ਖੇਤੀ ਕਰਦੇ ਹੋ, ਬੇਸ਼ੱਕ ਤੁਸੀਂ ਨੌਕਰੀ ਕਰਦੇ ਹੋ, ਤੁਹਾਡੀ ਜਿਹੜੀ ਅਫੀਲੀਏਸ਼ਨ ਆ ਜਾਂ ਤੁਹਾਡੀ ਡੈਡੀਕੇਸ਼ਨ ਹੈ ਉਹ ਆਮ ਲੋਕਾਂ ਨਾਲ ਹੋਣੀ ਚਾਹੀਦੀ ਹੈ। ਤੁਹਾਡੇ ਨਾਲ, ਤੁਹਾਡੇ ਕੰਮ ਦੇ ਨਾਲ ਇਹ ਦੁਨੀਆ ਸੋਹਣੀ ਬਣੇ, ਤੁਹਾਡੇ ਕੰਮ ਦੇ ਨਾਲ ਲੋਕਾਂ ਨੂੰ ਸਹੂਲਤ ਮਿਲੇ, ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋਵੇ, ਤੁਹਾਨੂੰ ਉਹ ਸਦੀਆਂ ਤੱਕ ਯਾਦ ਕਰਨ, ਇਹ ਜ਼ਰੂਰੀ ਹੈ। ਮੈਂ ਪੱਤਰਕਾਰ ਦੇ ਤੌਰ ਤੇ ਜਦੋਂ ਕੰਮ ਸ਼ੁਰੂ ਕੀਤਾ, ਕਿਉਂਕਿ ਮੈਂ ਸ਼ੁਰੂ ਤੋਂ ਇਹੀ ਸੁਪਨਾ ਲਿਆ ਸੀ, ਮੈਂ ਕਿਸੇ ਸਰਕਾਰੀ ਨੌਕਰੀ ਲਈ ਕਦੇ ਅਪਲਾਈ ਨਹੀਂ ਕੀਤਾ ਹੈਗਾ। ਤੇ ਮੇਰੇ ਕੋਲ 4 ਡਿਗਰੀਆਂ ਨੇ ਜਿਹੜੀਆਂ ਇੱਕ ਪਿੰਡ ਦੇ ਵਿੱਚ ਉੱਠੇ ਮੁੰਡੇ ਲਈ ਮੇਰੇ ਖਿਆਲ ਔਖੀਆਂ ਸੀਗੀਆਂ,
ਮੇਰੇ ਕੋਲ ਮਾਸਟਰ ਆਫ ਜਰਨਲਿਜ਼ਮ ਦੀ ਡਿਗਰੀ ਹੈ, MBA ਮੈਂ ਕੀਤੀ ਹੈ, ਲਾਅ ਕੀਤਾ ਹੋਇਆ। PhD ਮੈਂ ਡ੍ਰੌਪ ਆਊਟ ਕੀਤੀ ਹੈਗੀ, ਮੈਂ ਉਹਦੇ ਵਿੱਚ 75% ਨੰਬਰ ਲੈਣ ਤੋਂ ਬਾਅਦ ਮੈਂ ਡ੍ਰੌਪ ਆਊਟ ਕੀਤੀ ਹੈਗੀ। ਪਰ ਇਹ ਯੋਗਤਾਵਾਂ ਤੋਂ ਜਿਹੜੀ ਵੱਡੀ ਯੋਗਤਾ ਇਹ ਹੈ ਵੀ ਤੁਹਾਡੇ 'ਚ ਕੰਮ ਕਰਨ ਦੀ ਸਮਰੱਥਾ ਕਿੰਨੀ ਹੈ, ਕਿੰਨਾ ਤੁਸੀਂ ਨਿੱਠ ਕੇ ਆਪਣੇ ਕੰਮ ਦੇ ਵਿੱਚ ਜੂਝ ਸਕਦੇ ਹੋ, ਕੰਮ ਕਰ ਸਕਦੇ ਹੋਗੇ। ਇਹ ਵੱਡੀ ਗੱਲ ਹੁੰਦੀ ਹੈ। ਮੇਰੇ ਕੋਲ ਡਿਗਰੀਆਂ ਛੋਟੀਆਂ ਨੇ, ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ, ਜਲੰਧਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਡਿਗਰੀਆਂ ਨਹੀਂ ਹੈਗੀਆਂ, ਪਰ ਉਹ ਡਿਗਰੀਆਂ ਤੋਂ ਬਹੁਤ ਪਾਰ ਨੇ। ਉਹਨਾਂ ਦੀ ਜਿਹੜੀ ਯੋਗਤਾ ਹੈ, ਉਹਨਾਂ ਦੀ ਜਿਹੜੀ ਸਮਰੱਥਾ ਹੈਗੀ, ਉਹ ਬਹੁਤ ਉੱਪਰ ਹੈਗੀ। ਪੰਜਾਬੀ ਪੱਤਰਕਾਰੀ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਂ ਨੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਡਿਗਰੀਆਂ, ਗਿਣਨਯੋਗ ਡਿਗਰੀਆਂ ਨੇ। ਬਹੁਤ ਸਾਰੇ ਪੱਤਰਕਾਰ ਨੇ ਜਿਹੜੇ ਯੂਨੀਵਰਸਿਟੀ ਤੱਕ ਨਹੀਂ ਗਏ। ਮੈਨੂੰ 7 ਸਾਲ ਯੂਨੀਵਰਸਿਟੀ ਪੜ੍ਹਨ ਦਾ ਮੌਕਾ ਮਿਲਿਆ, ਪਰ ਫਿਰ ਵੀ ਉਹਨਾਂ ਦੇ ਵਿੱਚ ਬਹੁਤ ਅਥਾਹ ਸਮਰੱਥਾ ਹੈਗੀ, ਅਥਾਹ ਉਹਨਾਂ 'ਚ ਯੋਗਤਾ ਹੈਗੀ, ਤੇ ਉਹਨਾਂ ਸਾਰਿਆਂ ਨੂੰ ਮੈਂ ਸਲਾਮ ਕਰਦਾ। ਸਾਨੂੰ ਵੀ ਇਹ ਸੋਚਣਾ ਚਾਹੀਦਾ, ਜੇ ਸਾਨੂੰ ਇਹ ਮੌਕਾ ਨਹੀਂ ਮਿਲਿਆ, ਕਿਸੇ ਤਰੀਕੇ ਨਾਲ ਪ੍ਰੋਫੈਸ਼ਨ ਜਿਹੜੀ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ ਹੈਗਾ, ਤਾਂ ਸਾਨੂੰ ਇਹ ਆਪਣੇ ਮਨ 'ਚ ਨਹੀਂ ਰੱਖਣਾ ਚਾਹੀਦਾ ਕਿ ਕੋਈ ਵੀ ਯੋਗਤਾ ਤੁਸੀਂ ਆਪਣੇ ਮਨ ਦੀ ਸ਼ਕਤੀ ਨਾਲ, ਆਪਣੀ ਲਗਨ ਦੇ ਨਾਲ, ਆਪਣੀ ਮਿਹਨਤ ਦੇ ਨਾਲ ਪਾ ਸਕਦੇ ਹੋਗੇ। ਤੇ ਇਹ ਜਦੋਂ ਮੈਂ ਇਸ ਪੱਤਰਕਾਰ ਫੀਲਡ ਵਿੱਚ ਆਇਆ ਤਾਂ ਉਦੋਂ ਮੇਰੇ ਕੋਲ ਮਾਸਟਰ ਡਿਗਰੀ ਸੀ, ਪਰ ਮੈਨੂੰ ਕੰਮ ਨਹੀਂ ਆਉਂਦਾ ਸੀ। ਕੰਮ ਮੈਂ ਇਸ ਫੀਲਡ ਦੇ ਵਿੱਚ ਆ ਕੇ ਸਿੱਖਿਆ। ਕੰਮ ਦੇ ਜਦੋਂ ਮੈਂ ਸ਼ੁਰੂ ਕੀਤਾ ਕੰਮ 89 ਤੋਂ ਮੈਂ ਕੰਮ ਸ਼ੁਰੂ ਕੀਤਾ। ਟੇਬਲ ਤੇ ਮੈਂ ਕੰਮ ਕੀਤਾ, ਪਹਿਲਾਂ ਸਬ ਐਡੀਟਰ ਦੇ ਤੌਰ ਤੇ ਮੈਂ ਕੰਮ ਕੀਤਾ। ਉਹ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕੰਮ ਦੇ ਬਾਕੀ ਹਾਲਾਤਾਂ ਵੱਖਰੀਆਂ ਸੀ ਉਦੋਂ, ਹੁਣ ਹੋਰ ਤਰ੍ਹਾਂ ਦੇ ਹਾਲਾਤਾਂ ਨੇ। ਮੇਰੇ ਖਿਆਲ ਉਦੋਂ ਬਹੁਤ ਕਠਿਨ ਹਾਲਾਤਾਂ ਸੀਗੀਆਂ। ਉਦੋਂ ਖਬਰਾਂ ਦਾ ਸੋਰਸ ਸੀ ਇੰਗਲਿਸ਼ ਦੀਆਂ ਖਬਰਾਂ ਸੀ, ਇੰਗਲਿਸ਼ ਦੀਆਂ ਏਜੰਸੀਆਂ ਜਿਹੜੀਆਂ ਸੀਗੀਆਂ, ਅੰਗਰੇਜ਼ੀ ਦੀਆਂ ਏਜੰਸੀਆਂ ਨੂੰ ਟ੍ਰਾਂਸਲੇਟ ਕਰਕੇ ਪੰਜਾਬੀ 'ਚ ਛਾਪਿਆ ਜਾਂਦਾ ਸੀਗਾ। ਉਹ ਟ੍ਰਾਂਸਲੇਸ਼ਨ ਦਾ ਕੰਮ ਬਹੁਤ ਚੁਣੌਤੀਪੂਰਨ ਸੀਗਾ, ਤੇ ਜਿਹੜੇ ਪਿੰਡਾਂ ਦੇ ਵਿੱਚੋਂ ਪੜ੍ਹੇ ਬੱਚੇ ਹੁੰਦੇ ਨੇ ਉਹਨਾਂ ਲਈ ਖਾਸ ਤੌਰ ਤੇ ਚੁਣੌਤੀਪੂਰਨ ਹੁੰਦਾ ਹੈ। ਮੇਰੇ ਲਈ ਬਹੁਤ ਚੁਣੌਤੀਪੂਰਨ ਸੀ, ਪਰ ਮੈਂ ਉਹਨੂੰ ਵਿਨ ਕੀਤਾ। ਮੈਂ ਇੱਕ ਪੇਜ ਪੂਰਾ ਅਖਬਾਰ ਦਾ, ਅੱਜ ਵੀ ਕੋਈ ਨਹੀਂ ਕਰ ਸਕਦਾ, ਇੱਕ ਪੇਜ ਪੂਰਾ ਅਖਬਾਰ ਦਾ ਮੈਂ ਪੰਜਾਬੀ 'ਚ ਟ੍ਰਾਂਸਲੇਟ ਕਰਕੇ ਕੰਮ ਕੀਤਾ ਸ਼ੁਰੂ 'ਚ, ਜਦੋਂ ਮੈਂ 1 ਸਾਲ ਦੇ ਲੱਗਦਾ ਕੁਝ ਤਕਨੀਕੀ ਸਮੱਸਿਆ ਆ ਰਹੀ ਹੈ ਪਿੱਛੇ। ਮੇਰੇ ਖਿਆਲ ਆਪਾਂ ਬਹੁਤ ਕਿਉਂਕਿ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਮੇਰੀ ਨਿੱਜੀ ਜੀਵਨ ਤੇ ਨਹੀਂ ਹੈਗਾ। ਆਪਾਂ ਜਿਹੜੀਆਂ ਵਿਸ਼ਿਆਂ ਉੱਪਰ ਗੱਲ ਕਰਦੇ ਹਾਂ ਉਹਨਾਂ ਤੇ ਗੱਲ ਕਰੀਏ, ਜ਼ਿਆਦਾ ਦਿਲਚਸਪੀ ਪਾਠਕਾਂ ਦੀ ਬਣੂ ਉਹਦੇ ਵਿੱਚ। ਬਸ ਇੱਕੋ ਗੱਲ ਮੈਂ ਕਹਿਣਾ ਚਾਹੁੰਦਾ, ਜੇ ਤੁਸੀਂ ਚੰਗੇ ਪੱਤਰਕਾਰ ਹੋ ਤਾਂ ਤੁਸੀਂ ਆਪਣੀਆਂ ਖਬਰਾਂ ਵਿੱਚ, ਆਪਣੀਆਂ ਰਿਪੋਰਟਾਂ ਵਿੱਚ ਖੜੇ ਨਹੀਂ ਦਿਸਣੇ ਚਾਹੀਦੇ। ਜੇ ਮੇਰੀ ਖਬਰ ਦੇ ਵਿੱਚੋਂ ਤੁਹਾਨੂੰ ਇਹ ਪਤਾ ਲੱਗਦਾ ਮੈਂ ਕਿਹਦੇ ਨਾਲ ਹੈ, ਤਾਂ ਮੈਂ ਚੰਗਾ ਪੱਤਰਕਾਰ ਨਹੀਂ ਹੈਗਾ। ਮੈਂ ਆਪਣੀ ਖਬਰ ਵਿੱਚੋਂ, ਆਪਣੀ ਰਿਪੋਰਟ ਵਿੱਚੋਂ, ਆਪਣੇ ਲੇਖ ਵਿੱਚੋਂ ਦਿਸਣਾ ਨਹੀਂ ਚਾਹੀਦਾ। ਮੇਰਾ ਨਿੱਜ ਕੀ ਹੈ ਇਹ ਪਾਠਕ ਨੂੰ ਨਹੀਂ ਦਿਸਣਾ ਚਾਹੀਦਾ। ਇਹ ਸਭ ਤੋਂ ਵੱਡੀ ਯੋਗਤਾ ਇੱਕ ਪੱਤਰਕਾਰ ਦੀ। ਜਿਹੜੇ ਇਸ ਯੋਗਤਾ 'ਚ ਫੇਲ ਹੁੰਦੇ ਨੇ, ਮੇਰੇ ਖਿਆਲ ਉਹ ਪੱਤਰਕਾਰਾਂ ਨੂੰ ਹੋਰ ਸਿੱਖਣਾ ਚਾਹੀਦਾ, ਹੋਰ ਤਜਰਬਾ ਹਾਸਲ ਕਰਨਾ ਚਾਹੀਦਾ, ਹੋਰ ਡੈਡੀਕੇਸ਼ਨ ਨਾਲ ਕੰਮ ਕਰਨਾ ਚਾਹੀਦਾ। ਜੀ ਬਿਲਕੁਲ ਸਹੀ ਗੱਲ। ਜਿਹੜੇ ਟਾਈਮ ਦੇ ਵਿੱਚ ਤੁਸੀਂ ਪੱਤਰਕਾਰੀ ਕਰਦੇ ਸੀ 99, 90, 91, 92, ਉਸ ਟਾਈਮ ਦੇ ਉੱਤੇ ਪੰਜਾਬ ਬਹੁਤ ਹੀ ਕਾਲੇ ਦੌਰ ਦੇ ਵਿੱਚੋਂ ਗੁਜ਼ਰਿਆ ਸੀ। ਪੰਜਾਬ ਨੇ ਬਹੁਤ ਹੀ ਸੰਤਾਪ ਭੋਗਿਆ, ਤੇ ਉਸ ਸਮੇਂ ਦੇ ਵਿੱਚ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਸੀ ਕਿ ਉਸ ਵੇਲੇ ਕਿਸੇ ਦੇ ਨਾਲ ਕੁਝ ਵੀ ਹੋ ਸਕਦਾ। ਤੁਸੀਂ ਕਿਸੇ ਪਾਸੇ ਵੀ ਲਿਖੋ ਤੇ ਗੋਲੀ ਉਸ ਵੇਲੇ ਸਾਹਮਣੇ ਨਜ਼ਰ ਆਉਂਦੀ ਸੀ। ਉਸ ਵੇਲੇ ਤੁਸੀਂ ਸੱਚ ਦਾ ਹਮੇਸ਼ਾ ਹੋਕਾ ਦਿੱਤਾ। ਅੱਜ ਦੇ ਉਸ ਸਮੇਂ ਨੂੰ ਲੈ ਕੇ ਤੇ ਅੱਜ ਦੇ ਪੱਤਰਕਾਰੀ ਦੇ ਮੈਂ ਕੁਝ ਗੱਲਬਾਤ ਕਰਾਂ ਤੇ ਅੱਜ ਇਹ ਲੱਗਦਾ ਕਿ ਜਿਹੜੀ ਪੱਤਰਕਾਰੀ ਹੈ ਉਹ ਕਿਤੇ ਖੰਭ ਲਾ ਕੇ ਉੜ ਗਈ ਹੈ, ਤੇ ਸਿਰਫ ਇੱਕ, ਜਿਵੇਂ ਕਿ ਤੁਸੀਂ ਕਿਹਾ ਕਿ ਉਹਨਾਂ ਤੋਂ ਝਲਕ ਆਉਂਦੀ ਹੈ, ਝਲਕ ਨਹੀਂ ਆਉਂਦੀ। ਅੱਜ ਦੀ ਪੱਤਰਕਾਰੀ ਦੀ ਬੋਲੀ ਹੀ ਉਹਨਾਂ ਦੀ ਬੋਲ ਰਹੀ ਹੈ। ਮੈਂ ਇਹਦੇ ਬਾਰੇ ਇਸ ਤਰ੍ਹਾਂ ਨਹੀਂ ਸੋਚਦਾ। ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਅਸੀਂ ਲਿਖਦੇ ਹੈਗੇ, ਜਦੋਂ ਉਸ ਚੁਣੌਤੀਪੂਰਨ ਸਮੇਂ 'ਚ ਮੈਂ ਬਹੁਤ ਲਿਖਿਆ, ਕਮੈਂਟਰਾਂ ਦੇ ਹਿਸਾਬ ਲਿਖਿਆ, ਪਰ ਉਹ ਲਿਖਣ ਦਾ ਇੱਕ ਤਰੀਕਾ ਹੁੰਦਾ ਹੈਗਾ। ਤੁਸੀਂ ਆਪਣੇ ਲਈ ਖਤਰੇ ਤਾਂ ਛੇੜਦੇ ਹੋ ਜਦੋਂ ਤੁਸੀਂ ਕਿਸੇ ਨਾਲ ਨਿੱਜੀ ਕਨਫਲਿਕਟ 'ਚ ਆਉਂਦੇ ਹੋ, ਕਿਸੇ ਪੋਲੀਟੀਸ਼ੀਅਨ ਨਾਲ, ਕਿਸੇ ਪੁਲਿਸ ਅਫਸਰ ਦੇ ਨਾਲ, ਜਾਂ ਕੋਈ ਵੀ ਜਿਹੜਾ ਸ਼ਕਤੀਸ਼ਾਲੀ ਬੰਦਾ ਹੈ ਉਹਦੇ ਨਾਲ ਨਿੱਜੀ ਤੌਰ ਤੇ ਜਦੋਂ ਤੁਸੀਂ ਭਿੜਦੇ ਹੋਗੇ ਤਾਂ ਤੁਹਾਡੇ ਲਈ ਵੱਡੇ ਖਤਰੇ ਪੈਦਾ ਹੁੰਦੇ ਨੇ। ਹਾਂ, ਜਦੋਂ ਤੁਸੀਂ ਗਰਾਊਂਡ ਜ਼ੀਰੋ ਤੇ ਕੰਮ ਕਰਦੇ ਹੋ, ਮੰਨ ਲਓ ਕਿਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ, ਕਿਤੇ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ, ਤੁਸੀਂ ਉਹਦੀ ਜਦੋਂ ਰਿਪੋਰਟਿੰਗ ਕਰਦੇ ਹੋ ਉਦੋਂ ਜ਼ਰੂਰ ਤੁਹਾਡੇ ਲਾਈਫ ਲਈ ਵੱਡਾ ਥ੍ਰੈਟ ਹੁੰਦਾ। ਪਰ ਟੇਬਲ ਤੇ ਕੰਮ ਕਰਨਾ ਥੋੜਾ ਜਿਹਾ ਸੇਫ ਹੈ। ਜਿਹੜੇ ਸਾਡੇ ਅਸੀਂ ਵਿਚਾਰ ਪ੍ਰਗਟ ਕਰਦੇ ਹਾਂ ਉਹ ਕਈ ਵਾਰੀ ਕਿਸੇ ਨੂੰ ਚੰਗੇ ਨਹੀਂ ਲੱਗਦੇ, ਪਰ ਉਹ ਗੱਲ ਮਾਰ ਮਰਾਈ ਤੱਕ ਘੱਟ ਪਹੁੰਚਦੀ ਹੈਗੀ। ਮੈਨੂੰ ਵੀ ਇਸ ਸਥਿਤੀ ਵਿੱਚੋਂ ਲੰਘਣਾ ਪਿਆ, ਪਰ ਮੈਂ ਜੋ ਕੁਝ ਵੀ ਲਿਖਿਆ ਮੈਂ ਕਿਸੇ ਤੇ ਦਬਾਅ ਹੇਠ ਨਹੀਂ ਲਿਖਿਆ। ਬਹੁਤ ਕੁਝ ਲਿਖਿਆ, ਖਾੜਕੂ ਮੂਵਮੈਂਟ ਦੀਆਂ ਗਲਤ ਕਾਰਵਾਈਆਂ ਬਾਰੇ ਵੀ ਲਿਖਿਆ ਮੈਂ, ਦੂਸਰੀਆਂ ਗੱਲਾਂ ਪੁਲਿਸ ਦੇ ਮੁਕਾਬਲਿਆਂ ਬਾਰੇ ਸਭ ਤੋਂ ਵੱਧ ਮੈਂ ਆਰਟੀਕਲ ਲਿਖੇ ਨੇ। ਪਰ ਮੇਰੇ ਲਈ, ਕਿਉਂਕਿ ਮੈਂ ਉਹ ਪਿੰਨ ਪੁਆਇੰਟ ਨਹੀਂ ਕੀਤੇ, ਕਈ ਗੱਲਾਂ ਸੀ ਜਿਨ੍ਹਾਂ ਕਰਕੇ ਮਤਲਬ ਮੇਰੇ ਉੱਤੇ ਕੋਈ ਇਸ ਤਰ੍ਹਾਂ ਦਾ ਸਿੱਧਾ ਹਮਲਾ ਨਹੀਂ ਹੋਇਆ, ਜਾਂ ਮੈਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਨਹੀਂ ਗੁਜ਼ਰਨਾ ਪਿਆ। ਦੂਸਰੀ ਗੱਲ ਇਹ ਸੀ ਵੀ ਇੱਕ ਅਖਬਾਰ ਦੇ ਟੇਬਲ ਦੇ ਉੱਪਰ ਕਰਨਾ, ਐਡੀਟਰ ਦੇ ਤੌਰ ਤੇ ਕੰਮ ਕਰਨਾ ਥੋੜਾ ਜਿਹਾ ਸੇਫ ਹੈਗਾ। ਪਰ ਫੀਲਡ ਦੇ ਜਿਹੜੇ ਪੱਤਰਕਾਰ ਕੰਮ ਕਰਦੇ ਆ ਉਹਨਾਂ ਲਈ ਖਤਰੇ ਉਦੋਂ ਵੀ ਸੀਗੇ, ਅੱਜ ਉਸ ਤੋਂ ਵੀ ਵੱਡੇ ਖਤਰੇ ਨੇ। ਬਹੁਤ ਸਾਰੇ ਪੱਤਰਕਾਰ ਤੁਹਾਨੂੰ ਪਤਾ ਮਾਰੇ ਗਏ ਨੇ ਜਿਹੜੇ ਸਟੇਟ ਦੇ ਅਗੇਂਸਟ ਕੋਈ ਸਿੱਧੀ ਕੋਈ ਲੜਾਈ ਲੜਦੇ ਨੇ, ਜਾਂ ਕਿਸੇ ਜਿਹੜਾ ਨਿੱਜੀ ਕੋਈ ਕਿਸੇ ਨਾਲ ਕੰਫਲਿਕਟ ਚਾਹੁੰਦੇ ਨੇ ਕਿਸੇ ਵੱਡੇ ਲੀਡਰ ਦੇ, ਉਹਨਾਂ ਦੇ ਵਿੱਚ ਵੱਡੇ ਖਤਰੇ ਪੈਦਾ ਹੁੰਦੇ ਨੇ।
ਦੂਸਰੀ ਗੱਲ ਜਿਹੜੀ ਪੱਤਰਕਾਰਤਾ ਦੀ ਮਿਆਰ ਦੀ ਗੱਲ ਹੈ ਕਿ ਪੱਤਰਕਾਰਤਾ ਦੀ ਮਿਆਰ ਦੇ ਬਾਰੇ ਚ ਜਦੋਂ ਪੱਤਰਕਾਰਤਾ ਸ਼ੁਰੂ ਹੋਈ ਆ ਤਦ ਤੋਂ ਲੈ ਕੇ ਇੱਕ ਹੁੰਦੀ ਹੈ ਹਰ ਵਾਰ ਮਤਲਬ ਜਿਹੜਾ ਮਿਆਰ ਦਾ ਦਾਇਰਾ ਉਹ ਵੱਖਰਾ ਵੱਖਰਾ ਹੈ, ਉਹਦੀ ਪਰਿਭਾਸ਼ਾ ਵੱਖਰੀ ਵੱਖਰੀ ਹੈ, ਉਹਦੇ ਕਨਸੈਪਟ ਵੱਖਰੇ ਵੱਖਰੇ ਨੇ। ਪਰ ਇਹਦੇ ਵਿੱਚ ਜਿਹੜੀ ਮੈਂ ਪੰਜਾਬੀ ਦੇ ਮੀਡੀਆ ਬਾਰੇ ਜੇ ਗੱਲ ਕਰਾਂ ਜਾਂ ਰੀਜਨਲ ਮੀਡੀਆ ਬਾਰੇ ਗੱਲ ਕਰੀਏ ਜਾਂ ਖੇਤਰੀ ਮੀਡੀਆ ਜਿਹਨੂੰ ਅਸੀਂ ਕਹਿੰਦੇ ਆ, ਉਹਦੀ ਭੂਮਿਕਾ ਥੋੜੀ ਜਿਹੀ ਬਹੁਤ ਹਾਂ ਪੱਖੀ ਹੈ, ਉਹਦੇ ਵਿੱਚ ਨਾ ਪੱਖੀ ਥੋੜਾ ਤੱਥ ਹੈ, ਇੰਨਾ ਜ਼ਿਆਦਾ ਨਹੀਂ ਹੈਗਾ। ਜਿਹੜੀ ਪੱਤਰਕਾਰਤਾ ਦੀ ਢਾਹੂ ਪੱਤਰਕਾਰਤਾ ਦੀ ਗੱਲ ਕਰਦੇ ਆ, ਨਾ ਪੱਕੀ ਪੱਤਰਕਾਰਤਾ ਦੀ ਗੱਲ ਕਰਦੇ ਆ, ਲੋਕ ਵਿਰੋਧੀ ਪੱਤਰਕਾਰਤਾ ਦੀ ਗੱਲ ਕਰਦੇ ਆ, ਉਹ ਨੈਸ਼ਨਲ ਲੈਵਲ ਤੇ ਜਿਹੜੀ ਪੱਤਰਕਾਰੀ ਹੈ, ਜਿਹੜੇ ਵੱਡੇ ਕਾਰਪੋਰੇਟ ਅਦਾਰੇ ਚਲਾ ਰਹੇ ਨੇ, ਜਿਹੜੇ ਆਪ ਪੱਤਰਕਾਰ ਨਹੀਂ ਹੈਗੇ ਪਰ ਉਹ ਮਾਲਕ ਨੇ, ਉਹ ਜਿਹੜੇ ਅਦਾਰੇ ਨੇ ਉਹ ਜ਼ਿਆਦਾ ਵੱਡਾ ਡੈਂਟ ਪਾ ਰਹੇ ਨੇ ਸਾਡੀ ਲੋਕਤੰਤਰ ਦੇ ਵਿੱਚ, ਸਾਡੀ ਪੱਤਰਕਾਰਤਾ ਦੀ ਨੈਤਿਕਤਾ ਦੇ ਵਿੱਚ, ਜਾਂ ਪੱਤਰਕਾਰਾਂ ਦੇ ਇਮਾਨ ਦੇ ਉੱਪਰ ਸਭ ਤੋਂ ਵੱਡਾ ਅਸਰ ਉਹਨਾਂ ਦਾ ਪਿਆ। ਤੁਸੀਂ ਪੰਜਾਬੀ ਦੇ ਬਹੁਤ ਸਾਰੇ ਅਖਬਾਰ ਨੇ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕੀਤਾ, ਮੈਂ ਐਪਰੀਸ਼ੀਏਟ ਕਰਦਾ ਉਹਨਾਂ ਪੱਤਰਕਾਰਾਂ ਨੂੰ, ਬਹੁਤ ਸੋਹਣਾ ਕੰਮ ਕੀਤਾ, ਹਰ ਸਮੇਂ 'ਚ ਕੀਤਾ ਗਾ। ਹੁਣ ਵੀ ਬਹੁਤ ਇਸ ਤਰ੍ਹਾਂ ਦੇ ਨਾਂ ਨੇ, ਉਂਗਲਾਂ ਤੇ ਗਿਣੇ ਜਾ ਸਕਦੇ ਨੇ, ਜਿਹੜੇ ਲੋਕਾਂ ਦੀ ਗੱਲ ਕਰਦੇ ਨੇ, ਹਮੇਸ਼ਾ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦੇ ਨੇ, ਸਹੀ ਪੱਤਰਕਾਰਤਾ ਦੀ ਗੱਲ ਕਰਦੇ ਨੇ। ਉਹਦੇ ਵਿੱਚ ਖਤਰੇ ਹੋਣ ਵੀ, ਪਰ ਉਹ ਫਿਰ ਵੀ ਡਟੇ ਰਹਿੰਦੇ ਨੇ, ਜੁਰਤ ਨਾਲ ਕੰਮ ਕਰਦੇ ਨੇ। ਬਹੁਤ ਸਾਰੇ ਲਾਲਚ ਛੱਡਣੇ ਪੈਂਦੇ ਨੇ ਇਹਨਾਂ ਗੱਲਾਂ ਦੇ ਲਈ। ਹਾਂ, ਜੇ ਤੁਹਾਡਾ ਕੰਮ ਮਕਸਦ ਪੈਸੇ ਕਮਾਉਣਾ, ਫਿਰ ਤੁਸੀਂ ਕਿਸੇ ਵੀ ਕਿੱਤੇ 'ਚ ਹੋ ਤਾਂ ਤੁਸੀਂ ਜ਼ਰੂਰ ਸਮਝੌਤੇ ਕਰੋਗੇ। ਪੱਤਰਕਾਰਤਾ ਵਿੱਚ ਵੀ ਸਮਝੌਤੇ ਲੋਕ ਉਦੋਂ ਕਰਦੇ ਨੇ ਜਦੋਂ ਉਹਨਾਂ ਲਈ ਪੈਸਾ ਪਹਿਲ ਹੁੰਦੀ ਹੈ। ਜਦੋਂ ਤੁਹਾਡਾ ਪ੍ਰੋਫੈਸ਼ਨ ਪਹਿਲ ਹੋਵੇ, ਜਦੋਂ ਤੁਹਾਨੂੰ ਆਪਣੇ ਲੋਕ, ਆਪਣੀ ਧਰਤੀ ਪਹਿਲ ਹੋਵੇ, ਆਪਣਾ ਸੂਬਾ ਪਹਿਲ ਹੋਵੇ, ਆਪਣਾ ਦੇਸ਼ ਪਹਿਲ ਹੋਵੇ, ਤਾਂ ਤੁਹਾਡੀਆਂ ਤਰਜੀਹਾਂ ਬਦਲ ਜਾਂਦੀਆਂ ਨੇ। ਫਿਰ ਤੁਹਾਡੇ ਲਈ ਪੈਸਾ ਦੂਸਰੇ ਨੰਬਰ ਤੇ ਚੱਲ ਜਾਂਦਾ। ਪੈਸੇ ਨੂੰ ਕੋਈ ਵੀ ਪ੍ਰੋਫੈਸ਼ਨ ਤੁਸੀਂ ਕਰਦੇ ਹੋ, ਪੈਸੇ ਰੱਖੋ, ਮਾਨਵਤਾ ਨੂੰ ਪਹਿਲੇ ਪੇਜ ਤੇ ਰੱਖੋ। ਜੀ, ਤੁਸੀਂ ਦੱਸਿਆ ਸਾਰਾ ਇਹ ਕੁਛ। ਅਸੀਂ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ। ਜੀ, ਕਿਸਾਨ ਅੰਦੋਲਨ ਦੇ ਵਿੱਚ ਵੀ ਪੱਤਰਕਾਰੀ ਦੇਖੀ ਗਈ, ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਿਆ ਗਿਆ, ਤੇ ਕੁਝ ਪੱਤਰਕਾਰਾਂ ਨੇ ਉਸ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਕਿ ਇਹ ਕੁਝ ਖਾਲਿਸਤਾਨੀ ਨੇ। ਉਸ ਅੰਦੋਲਨ ਦੇ ਤੁਹਾਨੂੰ ਕੀ ਲੱਗਦਾ, ਕੋਈ ਖਾਲਿਸਤਾਨੀ ਹੈ ਜਾਂ ਉਹ ਇੱਕ ਸੱਚੇ ਕਿਸਾਨ ਹੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਰਾਜਨੀਤੀ ਹੈ, ਪੱਤਰਕਾਰ ਦੀ ਹੈ ਜਾਂ ਮੀਡੀਆ, ਹਰ ਥਾਂ ਤੇ ਹਾਜ਼ਰ ਹੁੰਦਾ। ਜਿੱਥੇ ਅਸੀਂ ਕਹਿੰਦੇ ਹਾਂ ਅਸੀਂ ਰਾਜਨੀਤੀ ਨਹੀਂ ਕਰਦੇ, ਉਹ ਵੀ ਇੱਕ ਰਾਜਨੀਤੀ ਹੁੰਦੀ ਹੈ। ਜਿੱਥੇ ਅਸੀਂ ਕਹਿੰਦੇ ਹਾਂ ਵੀ ਅਸੀਂ ਕੋਈ ਮੀਡੀਆ ਰਿਪੋਰਟ ਨਹੀਂ ਕਰਨ ਦੇਣੀ, ਉਹ ਵੀ ਇੱਕ ਰਿਪੋਰਟਿੰਗ ਹੀ ਹੁੰਦੀ ਆਪਣੇ ਆਪ 'ਚ। ਉਹ ਰਿਪੋਰਟ ਹੁੰਦਾ, ਉਹ ਸਾਹਮਣੇ ਆਉਂਦਾ ਸਾਰਿਆਂ ਦੇ। ਤੇ ਜਿੱਥੇ ਤੱਕ ਕਿਸਾਨ ਅੰਦੋਲਨ ਦੀ ਗੱਲ ਹੈ, ਕਿਸਾਨ ਅੰਦੋਲਨ ਇੱਕ ਬਹੁਤ ਵਧੀਆ ਅੰਦੋਲਨ ਹੈ। ਸਾਡੇ ਸਮੇਂ ਵਿੱਚ ਮੇਰੇ ਖਿਆਲ ਇੱਕ ਵੱਡਾ ਅੰਦੋਲਨ ਹੈ, ਜਿਹਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ, ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਹੈਗੀ, ਆਮ ਸਧਾਰਨ ਲੋਕਾਂ ਨੇ ਸ਼ਮੂਲੀਅਤ ਕੀਤੀ ਹੈਗੀ। ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਲੈਵਲ ਲਾਉਣਾ ਠੀਕ ਨਹੀਂ ਹੈਗਾ। ਇਹ ਠੀਕ ਹੈ ਵੀ ਸਿਆਸੀ ਧਿਰਾਂ ਦੀ ਆਪਣੀਆਂ ਏਜੰਡੇ ਹੁੰਦੇ ਨੇ, ਉਹਨਾਂ ਦੇ ਅਧੀਨ ਉਹਨਾਂ ਦੇ ਜਿਹੜੇ ਸਪਲਿਟਰ ਗਰੁੱਪ ਨੇ ਉਹ ਕੰਮ ਕਰਦੇ ਨੇ। ਸਰਕਾਰ ਵੀ ਇਸ ਤਰ੍ਹਾਂ ਦਾ ਕੰਮ ਕਰਦੀ ਹੈ, ਪਰ ਸਰਕਾਰ ਦੇ ਜਿਹੜੇ ਸਹਿਯੋਗੀ ਧਿਰਾਂ ਨੇ ਉਹ ਆਪ ਮੁਹਾਰੀਆਂ ਇਸ ਤਰ੍ਹਾਂ ਦਾ ਕੰਮ ਕਰਦੀਆਂ ਨੇ। ਉਹ ਵੱਖ-ਵੱਖ ਰੰਗ ਦਿੰਦੀਆਂ ਨੇ ਹਰ ਮੂਵਮੈਂਟ ਨੂੰ। ਹਰ ਚੰਗੀ ਗੱਲ ਜਿਹੜੀ ਕੋਈ ਆਉਂਦੀ ਹੈ ਜਾਂ ਕੋਈ ਆਵਾਜ਼ ਉੱਠਦੀ ਹੈ ਸਰਕਾਰ ਦੇ ਖਿਲਾਫ ਜਾਂ ਸਰਕਾਰ ਦੇ ਗਲਤ ਕੰਮਾਂ ਦੇ ਖਿਲਾਫ, ਉਹਨੂੰ ਹਮੇਸ਼ਾ ਰੰਗ ਦਿੱਤੀ ਜਾਂਦੀ ਹੈ। ਪਹਿਲਾਂ ਵੀ ਇਹ ਹੁੰਦਾ ਰਿਹਾ, ਹੁਣ ਵੀ ਹੁੰਦਾ ਰਿਹਾ, ਪਰ ਮੇਰੇ ਖਿਆਲ ਇਹ ਕੋਸ਼ਿਸ਼ ਹੀ ਸਫਲ ਨਹੀਂ ਹੋਈ ਹੈਗੀ। ਕਿਸਾਨਾਂ ਦੇ ਅੰਦੋਲਨ ਨੂੰ ਬਾਰੇ ਕਿਸੇ ਨੇ ਕੀ ਲਿਖਿਆ ਜਾਂ ਕਿਸੇ ਨੇ ਕੀ ਕਿਹਾ ਹੈਗਾ, ਇਹ ਅਲੱਗ ਜੁਦਾ ਗੱਲ ਹੈ, ਪਰ ਉਹ ਸਾਡੀ ਮੇਨ ਸਟ੍ਰੀਮ 'ਚ ਨਹੀਂ ਆ ਸਕਿਆ, ਉਸ ਨੂੰ ਅਸੀਂ ਅਮਰਜ ਨਹੀਂ ਹੋ ਸਕਿਆ। ਮੈਂ ਇਹ ਕਹਿ ਸਕਦਾ ਵੀ ਉਹ ਜਿਹੜਾ ਲੈਵਲ ਹੈ ਉਹ ਲੱਗ ਨਹੀਂ ਸਕਿਆ ਉਸ ਤਰ੍ਹਾਂ ਜਿਵੇਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਕਿਸਾਨ ਅੰਦੋਲਨ ਦੀਆਂ ਆਪਣੀਆਂ ਵੀ ਕੁਝ ਕਮਜ਼ੋਰੀਆਂ ਨੇ। ਕਿਸਾਨ ਅੰਦੋਲਨ ਦਾ ਆਪਣੀ ਸਟ੍ਰੈਟੇਜੀਕਲੀ ਗਲਤੀਆਂ ਨੇ, ਜਿਹਦੇ ਕਾਰਨ ਅੰਦੋਲਨ ਲੰਬਾ ਚੱਲਿਆ, 6 ਮਹੀਨਿਆਂ ਤੋਂ ਵੱਧ ਅੰਦੋਲਨ ਨੂੰ ਹੋ ਗਿਆ ਤੇ ਸਫਲ ਨਹੀਂ ਹੋ ਸਕਿਆ। ਇਹਦੇ ਵਿੱਚ ਮੈਂ ਸਮਝਦਾ ਦੋਨੇ ਪੱਖ ਹੀ ਕੁਝ ਨਾ ਕੁਝ ਜ਼ਿੰਮੇਵਾਰ ਨੇ। ਪਰ ਜਿਹੜੀ ਸਰਕਾਰ ਦੀ ਜਿਹੜੀ ਨੀਤੀ ਹੈ ਇਸ ਬਾਰੇ 'ਚ, ਖਾਸ ਤੌਰ ਤੇ ਭਾਜਪਾ ਦੀ ਜਾਂ RSS ਦੀ ਜਿਹੜੀ ਨੀਤੀ ਹੈਗੀ, ਉਹ ਬੜੀ ਸਪਸ਼ਟ ਹੈ। ਸ਼ੁਰੂ ਤੋਂ ਇਹ ਕਹਿੰਦੇ ਰਹੇ ਨੇ ਵੀ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ। ਹਾਂ, ਇਹਦੇ ਵਿੱਚ ਸੋਧ ਹੋ ਸਕਦੀ ਹੈਗੀ, ਇੱਕ ਵੇਲੇ ਸੋਧ ਲਈ ਹਾਲਾਤ ਵੀ ਬਣ ਗਏ ਸੀ, ਪਰ ਮਜਬੂਰੀ ਇਹ ਹੈ ਵੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੁਝ ਧਿਰਾਂ ਦਾ ਇੰਨਾ ਦਬਾਅ ਸੀ, ਜਾਂ ਕਿਸਾਨਾਂ ਦਾ ਜਿਹੜਾ ਏਡਾ ਵੱਡਾ ਇਕੱਠ ਸੀ ਉੱਥੇ ਬੈਠਾ, ਉਹ ਬਹੁਤ ਵੱਡਾ ਦਬਾਅ ਸੀ। ਮੇਰੇ ਕੋਲ ਕਿਸੇ ਵੀ ਗੱਲ ਦੇ ਉੱਪਰ ਕਿਸਾਨ ਜਥੇਬੰਦੀਆਂ ਸਮਝੌਤਾ ਕਰ ਲੈਂਦੀਆਂ ਤਾਂ ਬਿਲਕੁਲ ਕਿਸੇ ਤਰ੍ਹਾਂ ਉਸ ਤਰ੍ਹਾਂ ਦੇ ਹਾਲਾਤ ਖਰਾਬ ਹੋਣੇ ਸੀਗੇ, ਆਪਸੀ ਟਕਰਾਅ ਹੋਣਾ ਸੀਗਾ, ਕਿਉਂਕਿ ਸਾਰੀਆਂ ਜਥੇਬੰਦੀਆਂ ਨੂੰ, 40 ਜਥੇਬੰਦੀਆਂ ਨੂੰ ਇੱਕੋ ਗੱਲ ਤੇ ਸਹਿਮਤ ਕੀਤਾ ਜਾਣਾ ਸੰਭਵ ਨਹੀਂ ਹੈਗਾ। ਦੂਸਰਾ ਇਹ ਵੀ ਉੱਥੋਂ ਜਿਹੜੀ ਏਡੀ ਵੱਡੀ ਗਿਣਤੀ ਕਿਸਾਨ ਨੇ, ਮੈਂ ਸੋਚਦਾ ਹੁੰਦਾ ਵੀ ਉਹ ਜੇ ਅੱਜ ਸਮਝੌਤਾ ਵੀ ਹੋ ਜਾਂਦਾ ਮੰਨ ਲਓ, ਜਾਂ ਪਹਿਲਾਂ ਵੀ ਹੋ ਜਾਂਦਾ, ਤਾਂ ਉਹ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਵਾਪਸ ਪੰਜਾਬ ਆਉਣ ਲਈ ਵੀ 7 ਦਿਨ ਲੱਗਣਗੇ ਤੇ ਹਫੜਾ ਦਫੜੀ ਮਚ ਸਕਦੀ ਹੈ, ਕੋਈ ਨੁਕਸਾਨ ਵੀ ਹੋ ਸਕਦਾ ਹੈ। ਉਹ ਅੱਜ ਵੀ ਹਾਲਾਤ ਇਸ ਤਰ੍ਹਾਂ ਦੇ ਨੇ। ਇਹ ਬਹੁਤ ਚੁਣੌਤੀਪੂਰਨ ਹਾਲਾਤ ਨੇ। ਇਹਦੇ ਵਿੱਚ ਸਾਨੂੰ ਬੜੇ ਸੰਜਮ ਦੀ ਜ਼ਰੂਰਤ ਹੈਗੀ।
ਸਾਨੂੰ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਵੀ ਉਹ ਕਿਸੇ ਇਸ ਤਰ੍ਹਾਂ ਦੀ ਕੋਈ ਸਟ੍ਰੈਟਜੀ ਬਣਾਉਣ ਜਿਹਦੇ ਨਾਲ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ, ਤਾਂ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਪ੍ਰਾਪਤੀਆਂ ਕਰ ਸਕੀਏ। ਵੱਡੀ ਪ੍ਰਾਪਤੀ ਬੇਸ਼ੱਕ ਨਾ ਹੋਵੇ, ਘੱਟੋ ਘੱਟ ਅੱਧੀ ਪ੍ਰਾਪਤੀ ਹੋ ਜਾਵੇ ਤਾਂ ਵੀ ਮੇਰੇ ਖਿਆਲ ਬਹੁਤ ਬਿਹਤਰ ਹੋਏਗੀ। ਹੌਲੀ ਹੌਲੀ ਉਸ ਤੋਂ ਅੱਗੇ ਵਧਿਆ ਜਾ ਸਕਦਾ। ਮੇਰੇ ਖਿਆਲ ਕੂਟਨੀਤਿਕ ਜਿਹੜੇ ਰਸਤੇ ਹੈਗੇ ਉਹ ਜ਼ਿਆਦਾ ਬਿਹਤਰ ਇਹਦੇ ਚ ਕਾਮਯਾਬ ਹੋ ਸਕਦੇ ਨੇ, ਕਿਉਂਕਿ ਅੰਦੋਲਨ ਦੀ ਬਹੁਤ ਪੀਕ ਅਸੀਂ ਦੇਖ ਚੁੱਕੇ ਹਾਂ। ਅੰਦੋਲਨ ਬਹੁਤ ਵੱਡਾ ਅੰਦੋਲਨ ਅਸੀਂ ਦੇਖ ਚੁੱਕੇ ਹਾਂ। ਹੁਣ ਉਹਦੀ ਸਰਗਰਮੀ ਥੋੜੀ ਜਿਹੀ ਘੱਟ ਹੈ, ਸਮੂਲੀਅਤ ਹਾਲੇ ਵੀ ਕਿਸਾਨਾਂ ਦੀ ਉਸੇ ਤਰ੍ਹਾਂ ਹੈਗੀ ਹੈ, ਵੱਡੀ ਗਿਣਤੀ 'ਚ ਲੋਕ ਹਾਲੇ ਵੀ ਉੱਥੇ ਬੈਠੇ ਨੇ, ਪਰ ਉਹ ਅੰਦੋਲਨ ਦਾ ਜਿਹੜਾ ਰੂਪ ਹੈਗਾ ਉਹ ਥੋੜਾ ਜਿਹਾ ਪੈਸਿਵ ਹੈ। ਜਾਂ ਤਾਂ ਉਹ ਐਕਟਿਵ ਕੀਤਾ ਜਾਵੇ ਜਾਂ ਉਹਦੀ ਕੋਈ ਹੋਰ ਅਸੀਂ ਇਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਵੇ, ਕਿਉਂਕਿ ਹੋਰ ਲੰਬਾ ਸਮਾਂ ਕਿਸਾਨਾਂ ਨੂੰ ਉੱਥੇ ਬਿਠਾਈ ਰੱਖਣਾ ਮੇਰੇ ਖਿਆਲ ਠੀਕ ਨਹੀਂ ਹੈਗਾ। ਖੇਤੀਬਾੜੀ ਲਈ ਵੀ ਠੀਕ ਨਹੀਂ, ਕਿਸਾਨਾਂ ਦੇ ਪਰਿਵਾਰਾਂ ਲਈ ਵੀ ਠੀਕ ਨਹੀਂ। ਇਹ ਅੰਦੋਲਨ ਬਹੁਤ ਮਹਿੰਗਾ ਪੈਣ ਵਾਲਾ ਸਾਨੂੰ। ਅਸੀਂ ਜਿੱਤ ਵੀ ਜਾਈਏ ਤਾਂ ਵੀ ਅਸੀਂ ਬਹੁਤ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਹੈਗਾ। ਬਹੁਤ ਸਾਰੇ ਕਿਸਾਨ ਪਰਿਵਾਰ ਨੇ ਜਿਨ੍ਹਾਂ ਨੇ ਬਹੁਤ ਪੈਸਾ, ਕਿਉਂਕਿ ਇੱਕ ਵਾਰੀ ਟਰੈਕਟਰ ਜਾਣ ਦਾ ਮਤਲਬ ਇਹ ਹੈ 25-30 ਹਜ਼ਾਰ ਰੁਪਏ ਖਰਚ ਹੋਣਾ, ਤੇ ਇੱਕ ਕਿਸਾਨ ਪਰਿਵਾਰ ਲਈ, ਇੱਕ ਆਮ ਕਿਸਾਨ ਪਰਿਵਾਰ ਲਈ ਇਹ ਬਹੁਤ ਵੱਡੀ ਰਕਮ ਹੈਗੀ। ਇਸ ਕਰਕੇ ਸਾਨੂੰ ਇਹ ਆਪਣੇ ਰਿਸੋਰਸ ਨੇ ਜਿਹੜੇ ਆਪਣੇ ਸੋਮੇ ਬਚਾਉਣੇ ਚਾਹੀਦੇ ਨੇ। ਕਿਸਾਨਾਂ ਦੀ ਜਿਹੜੀ ਹਾਲਾਤ ਆ ਪਹਿਲੀ ਆਰਥਿਕ ਤੌਰ ਤੇ ਠੀਕ ਨਹੀਂ ਹੈਗੀ, ਸਾਨੂੰ ਉਹ ਜਿਹੜੇ ਆਰਥਿਕ ਸੋਮੇ ਬਚਾ ਕੇ ਆਪਣੀ ਗੱਲ ਕਰਨੀ ਚਾਹੀਦੀ, ਆਪਣਾ ਅੰਦੋਲਨ ਚਲਾਉਣਾ ਚਾਹੀਦਾ ਹੈਗਾ, ਤਾਂ ਅਸੀਂ ਸਫਲ ਹੋਵਾਂਗੇ। ਜੇ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਬੇਸ਼ੱਕ ਅਸੀਂ ਜਿੱਤ ਜਾਈਏ, ਉਸ ਤੋਂ ਬਾਅਦ ਜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਨੇ ਘਾਟੇ ਕਾਰਨ ਜਾਂ ਘਰਾਂ ਦੇ ਜਿਹੜੇ ਅੰਦਰ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਦੇ ਕਾਰਨ, ਤਾਂ ਇਹ ਸਾਡੇ ਲਈ ਬੜਾ ਮੰਦਭਾਗਾ ਹੋਊਗਾ। ਸਾਨੂੰ ਇਹ ਗੱਲਾਂ, ਮੈਂ ਇਸ ਕਰਕੇ ਨਹੀਂ ਕਹਿ ਰਿਹਾ ਮੈਂ ਕਿਸਾਨ ਅੰਦੋਲਨ ਦਾ ਹਮਾਇਤੀ ਜਾਂ ਵਿਰੋਧੀ ਹਾਂ, ਮੈਂ ਦੇਖ ਰਿਹਾ, ਮੈਂ ਉਹ ਚੀਜ਼ਾਂ ਨੂੰ ਦੇਖ ਰਿਹਾ ਵੀ ਅਸੀਂ ਇਹ ਚੀਜ਼ਾਂ ਨੂੰ ਕਿਵੇਂ ਅਸੀਂ ਸਮਝਣਾ ਹੈ, ਕਿਵੇਂ ਇਹਨੂੰ ਹੱਲ ਕਰਨਾ ਹੈ। ਕਿਸਾਨ ਜਥੇਬੰਦੀਆਂ ਇਸ ਮੁੱਦੇ ਉੱਪਰ ਜ਼ਰੂਰ ਵਿਚਾਰ ਕਰਨ। ਕਿਸਾਨ ਜਥੇਬੰਦੀਆਂ ਦੀ ਬਹੁਤ ਵੱਡੀ ਸ਼ਕਤੀ ਹੈ, ਉਹਨਾਂ ਕੋਲੇ ਬੜੇ ਉਹਨਾਂ ਕੋਲੇ ਤਜਰਬੇਕਾਰ ਨੇਤਾ ਨੇ, ਉਹ ਬਹੁਤ ਕੁਝ ਕਰ ਸਕਦੇ ਨੇ। ਇੱਥੋਂ ਤੱਕ ਮੈਂ ਆਰਟੀਕਲ ਲਿਖਿਆ ਸੀ ਦਸੰਬਰ ਦੇ ਵਿੱਚ, ਮੈਂ ਕਿਹਾ ਸੀ ਕਿਸਾਨ ਅੰਦੋਲਨ ਚਲਾਉਣਾ ਇੱਕ ਆਪਣੀ ਥਾਂ ਹੈ, ਪਰ ਇੱਕ ਹੋਰ ਦੋ ਰਸਤੇ, ਵੱਡੇ ਰਸਤੇ ਨੇ। ਇੱਕ ਤਾਂ ਇਹ ਵੀ ਖੇਤੀ ਦਾ ਜਿਹੜਾ ਢੰਗ ਤਰੀਕਾ ਜਾਂ ਖੇਤੀ ਦਾ ਸਾਡਾ ਪੈਟਰਨ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ, ਉਹਨੂੰ ਬਦਲਣ ਲਈ ਕਿਸਾਨ ਜਥੇਬੰਦੀਆਂ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਨੇ। ਸਿਰਫ ਸਰਕਾਰ ਵੱਲ ਨਾ ਦੇਖਿਆ ਜਾਵੇ, ਅਸੀਂ ਕਿਸਾਨ ਮਿਲ ਜੁਲ ਕੇ ਖੇਤੀ ਦੇ ਪੈਟਰਨ ਨੂੰ ਬਦਲੀਏ ਤਾਂ ਕਿ ਖੇਤੀ ਸਾਡੀ ਲਾਹੇਵੰਦ ਹੋ ਸਕੇ। ਦੂਸਰਾ ਇਹ ਹੈ ਵੀ ਇੱਕ ਜਾਂ ਦੋ ਪਰਿਵਾਰ ਜਿਹੜੇ ਕਾਰਪੋਰੇਟ ਅਦਾਰੇ ਚਲਾਉਂਦੇ ਨੇ, ਉਹ ਅਸੀਂ ਉਹਨਾਂ ਦੇ ਕਰੋੜਾਂ ਲੋਕ ਉਹਨਾਂ ਦੇ ਮੁਕਾਬਲੇ ਤੇ ਲਾਚਾਰ ਹੋਏ ਬੈਠੇ ਹੈਗੇ। ਕੀ ਅਸੀਂ ਕਰੋੜਾਂ ਲੋਕ ਜਿਹੜੇ ਹੈਗੇ, ਕਰੋੜਾਂ ਜਿਹੜੇ ਕਿਸਾਨ ਆ, ਕੀ ਅਸੀਂ ਆਪਣਾ ਕੋਈ ਕਾਰਪੋਰੇਟ ਅਦਾਰਾ ਨਹੀਂ ਖੜਾ ਕਰ ਸਕਦੇ? ਜਿੰਨੇ ਕਰੋੜ ਦਾ ਕਾਰੋਬਾਰ, ਉਹਨੇ ਕਰੋੜ ਅਸੀਂ ਰੁਪਏ ਨਾਲ ਵੀ ਬਹੁਤ ਪੈਸੇ ਇਕੱਠੇ ਕਰਕੇ ਅਸੀਂ ਇੱਕ ਇਸ ਤਰ੍ਹਾਂ ਦਾ ਕਾਰਪੋਰੇਟ ਅਦਾਰਾ, ਵਪਾਰਕ ਅਦਾਰਾ ਖੜਾ ਕਰ ਸਕਦੇ ਹਾਂ, ਜਿਹੜਾ ਪੂਰੇ ਸੰਸਾਰ ਦੇ ਵਿੱਚ ਮਾਰਕੀਟਿੰਗ ਦੇ ਕੰਮ ਕਰੇ। ਉਹਦੇ ਵਿੱਚੋਂ ਜਿਹੜਾ ਰੋਜ਼ਗਾਰ ਵੀ ਪੈਦਾ ਹੋ ਸਕਦਾ, ਕਿਸਾਨਾਂ ਨੂੰ ਵੱਧ ਪੈਸੇ ਮਿਲ ਸਕਦੇ ਨੇ। ਸਿਰਫ ਕਾਰਪੋਰੇਟ ਨੂੰ ਭੰਡ ਕੇ ਮੇਰੇ ਖਿਆਲ ਸਾਡਾ ਨਹੀਂ ਚੱਲਣਾ ਹੈਗਾ। ਅਸੀਂ ਇਹ ਸਾਰੀਆਂ ਚੀਜ਼ਾਂ ਉੱਪਰ ਸਾਨੂੰ ਕੰਮ ਕਰਨਾ ਪਊਗਾ ਜੀ। ਬਿਲਕੁਲ, ਉੱਤੇ ਜਦੋਂ ਸਾਰੇ ਪੱਖ ਦੇਖ ਕੇ ਹੀ ਕੀਤੇ ਜਾ ਸਕਦੇ ਆ। ਨਹੀਂ ਤਾਂ ਸਾਹਿਬ ਜਿਹੜਾ ਖਮਿਆਜ਼ਾ ਤਾਂ ਅਸੀਂ ਪਹਿਲੇ ਹੀ ਭੁਗਤ ਰਹੇ ਹਾਂ, ਨਹੀਂ ਤਾਂ ਹੋਰ ਵੀ ਜਿਹੜੇ ਸਿੱਟੇ ਪੈ ਜੀ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਸੀ ਕਿ ਸੋਧਾਂ ਬਾਰੇ, ਕਿ ਇੱਥੇ ਜਿਹੜੇ ਸੋਧਾਂ ਹੋ ਸਕਦੀਆਂ ਸੀ ਪਰ ਹੋਈਆਂ ਨਹੀਂ, ਤੇ ਤੁਸੀਂ ਕੀ ਸਮਝਦੇ ਹੋ ਕਿ ਕਿਹੜੀਆਂ ਜਿਹੜੀਆਂ ਸੋਧਾਂ ਹੋਣ ਉਹ ਕਿਸਾਨਾਂ ਦੇ ਹੱਕ ਵਿੱਚ ਨੇ, ਜਾਂ ਸਰਕਾਰ ਇਹੋ ਜਿਹਾ ਕੀ ਕਰ ਸਕਦੀ ਹੈ ਜਿਹੜੇ ਕਿਸਾਨ ਜਿਹੜੇ ਆਪਣਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਆਪਣੀ ਇੱਜ਼ਤ ਲੈ ਕੇ ਵਾਪਸ ਆਉਣਾ, ਜਿਹੜੇ ਕਿਸਾਨ ਆਪਣੀ ਇੱਜ਼ਤ ਲੈ ਕੇ ਵਾਪਸ ਘਰਾਂ ਨੂੰ ਵੀ ਆ ਜਾਣ, ਇਹੋ ਜਿਹਾ ਕੀ ਫੈਸਲੇ ਹੋ ਸਕਦੇ ਨੇ? ਦੇਖੋ, ਇੱਜ਼ਤ ਤਾਂ ਇਸ ਨਾਲ ਜੁੜੀ ਹੈ ਵੀ ਜਿਹੜੀ ਸਰਕਾਰ ਕਿਸਾਨਾਂ ਦੀਆਂ ਝੁਕਣ ਦੀ ਗੱਲ ਨਹੀਂ ਹੈਗੀ, ਕਿਸਾਨਾਂ ਦੀ ਸਥਿਤੀ ਨੂੰ ਸਮਝੇ, ਕਿਸਾਨਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਸੇਫ ਕੀਤਾ ਜਾਵੇ। ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਨੂੰ ਕੋਈ ਲੈ ਨਾ ਸਕੇ, ਉਹਨੂੰ ਕੋਈ ਖਰੀਦ ਨਾ ਸਕੇ, ਕੋਈ ਨਿੱਜੀ ਅਦਾਰਾ ਜਾਂ ਕਾਰਪੋਰੇਟ ਅਦਾਰਾ ਉਹਦੇ ਉੱਤੇ ਕਬਜ਼ਾ ਨਾ ਕਰ ਸਕੇ। ਇਹ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਦੇ ਵਿੱਚ ਇਸ ਤਰ੍ਹਾਂ ਦੀ ਗਰੰਟੀ ਨਹੀਂ ਹੈਗੀ। ਦੂਸਰਾ ਇਹ ਵੀ ਫਸਲਾਂ ਦੀ ਜਿਹੜੀ ਖਰੀਦ ਦੀ ਜਿਹੜੀ ਗਰੰਟੀ ਹੈ, ਜਿਹੜੀ ਸਰਕਾਰੀ ਮੁੱਲ ਦੇ ਉੱਪਰ ਘੱਟੋ-ਘੱਟ ਸਮਰਥਨ ਮੁੱਲ ਉੱਪਰ ਗਰੰਟੀ ਹੈਗੀ, ਉਹਨੂੰ ਕਾਨੂੰਨੀ ਰੂਪ ਦੇਣ ਦੀ ਗੱਲ ਸੀਗੀ। ਉਹ ਇੱਕ ਵੱਖਰਾ ਕਾਨੂੰਨ ਬਣਨਾ ਸੀ, ਜਾਂ ਉਹ ਜਿਹੜਾ ਕਾਨੂੰਨ ਬਣਿਆ ਉਹਦੇ ਵਿੱਚ ਸੋਧਾਂ ਕੀਤੀਆਂ ਜਾ ਸਕਦੇ ਨੇ। ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ, ਜੇ ਸਰਕਾਰ ਚਾਹੇ ਤਾਂ ਇੱਕੋ ਦਿਨ 'ਚ ਸਾਰਾ ਮਸਲਾ ਹੱਲ ਹੋ ਸਕਦਾ, ਕਿਉਂਕਿ ਜਿੰਨਾ ਕਿਸਾਨਾਂ ਦਾ ਨੁਕਸਾਨ ਪਿਛਲੇ 6 ਮਹੀਨਿਆਂ ਤੋਂ ਉਨੀ ਤਾਂ ਉਹ ਸਰਕਾਰ ਨੇ ਦੇਣਾ ਨਹੀਂ ਕਿਸਾਨਾਂ ਨੂੰ ਕੁਛ। ਕਿਸਾਨਾਂ ਨੇ ਆਪਣੇ ਆਪ ਹੀ ਕਮਾਉਣਾ, ਕਿਸਾਨਾਂ ਦੀ ਪ੍ਰੋਡਕਸ਼ਨ ਹੈ ਜੀ ਸਰਕਾਰ ਨੇ ਖਰੀਦਣੀ, ਅੱਗੇ ਵੇਚਣੀ ਹੈਗੀ। ਤੇ ਪਰ ਇਹਦੇ ਵਿੱਚ ਇੱਕ ਗੱਲ ਦੇਖਣ ਵਾਲੀ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹ ਚੱਲ ਰਿਹਾ, ਸੁਣਵਾਈ ਇਸ ਕਰਕੇ ਥੋੜੀ ਜਿਹੀ ਨਹੀਂ ਹੋ ਰਹੀ, ਕਿਉਂਕਿ ਕਰੋਨਾ ਕਰਕੇ ਅਦਾਲਤਾਂ ਦੇ ਵਿੱਚ ਕੰਮ ਠੱਪ ਕਰਕੇ ਪਿਆ ਹੈਗਾ। ਤੇ ਮੇਰੇ ਖਿਆਲ ਜੁਲਾਈ ਦੇ ਵਿੱਚ ਜਾਂ ਅਗਸਤ ਤੋਂ ਪਹਿਲਾਂ ਇਸ ਮਾਮਲੇ ਉੱਪਰ ਅਦਾਲਤ ਵਿੱਚ ਵੀ ਸੁਣਵਾਈ ਹੋ ਸਕਦੀ ਹੈਗੀ। ਤੇ ਜਿਹੜੀ ਸੁਪਰੀਮ ਕੋਰਟ ਹੈ ਉਹ ਵੀ ਇਹਦੇ ਬਾਰੇ ਕੋਈ ਆਪਣਾ ਆਦੇਸ਼ ਦੇ ਸਕਦੀ ਹੈ, ਕਿਉਂਕਿ ਰਿਪੋਰਟ। ਹੈਲੋ ਜੀ, ਸੁਣ ਰਹੇ ਹਾਂ ਜੀ। ਹਾਂਜੀ, ਮੈਨੂੰ ਲੱਗਿਆ
ਅੱਛਾ, ਅਦਾਲਤ ਦੇ ਵਿੱਚ ਕਿਉਂਕਿ ਰਿਪੋਰਟ ਦਾਖਲ ਹੋ ਚੁੱਕੀ ਹੈ, ਜਿਹੜੀ ਵਿਸ਼ੇਸ਼ ਜਿਹੜੀ ਕਮੇਟੀ ਬਣਾਈ ਸੀ ਸੁਪਰੀਮ ਕੋਰਟ ਨੇ, ਉਹ ਰਿਪੋਰਟ ਨੂੰ ਘੋਖਣ ਤੋਂ ਬਾਅਦ, ਦੋਨੇ ਧਿਰਾਂ ਨੂੰ ਸੁਣਨ ਤੋਂ ਬਾਅਦ, ਹਾਲਾਤਾਂ ਦੀ ਜਾਂਚ ਤੋਂ ਬਾਅਦ ਸੁਪਰੀਮ ਕੋਰਟ ਇਹਦੇ ਬਾਰੇ ਚ ਕੋਈ ਆਦੇਸ਼ ਦੇ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਸਰਕਾਰ ਦੇ ਲਈ, ਕਿਉਂਕਿ ਹਾਲੇ ਸਰਕਾਰ ਦੇ ਏਜੰਡੇ ਉੱਪਰ ਇਸ ਕਰਕੇ ਗੱਲ ਨਹੀਂ ਆਈ ਹੈਗੀ, ਕਿਉਂਕਿ ਸਰਕਾਰ ਹੋਰ ਏਜੰਡਿਆਂ ਉੱਪਰ ਕੰਮ ਕਰ ਰਹੀ ਹੈ। ਸਰਕਾਰ ਯੂਪੀ ਦੀਆਂ ਚੋਣਾਂ ਉੱਪਰ ਸੈਂਟਰਲ ਕਰ ਰਹੀ ਹੈਗੀ ਤੇ ਕੇਂਦਰਿਤ ਹੋ ਰਹੀ ਹੈਗੀ। ਹੋਰ ਵੀ ਜਿਹੜੇ ਵੱਡੇ ਮਸਲੇ ਨੇ ਜਿਨ੍ਹਾਂ ਸਰਕਾਰ ਉਲਝੀ ਹੋਈ ਹੈਗੀ। ਇੱਕ ਇਹ ਹੈ ਵੀ ਸਰਕਾਰ ਦੇ ਅੰਦਰ ਵੀ ਹਲੇ ਉਸ ਤਰ੍ਹਾਂ ਦੀ ਸਮਝ ਪੈਦਾ ਨਹੀਂ ਹੋ ਸਕੀ। ਸਰਕਾਰ ਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਚੁੱਪੀ ਵੱਟ ਕੇ ਜਾਂ ਅਸੀਂ ਨਾਨ ਐਕਟਿਵ ਰਹਿ ਕੇ ਜਾਂ ਕਿਸਾਨ ਅੰਦੋਲਨ ਨੂੰ ਅਸੀਂ ਇਗਨੋਰ ਕਰਕੇ ਅਸੀਂ ਸ਼ਾਇਦ ਜ਼ਿਆਦਾ ਗੇਨ ਕਰ ਸਕਦੇ ਹਾਂਗੇ। ਪਰ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ 5 ਰਾਜਾਂ ਦੇ ਵਿੱਚ, ਉਹਦੇ ਵਿੱਚ ਵੀ ਭਾਜਪਾ ਨੂੰ ਇਹ ਬਹੁਤ ਵੱਡਾ ਸੈਟਬੈਕ ਲੱਗਿਆ। ਬੇਸ਼ੱਕ ਉਹ ਕਿਸਾਨਾਂ ਕਰਕੇ ਥੋੜਾ ਹੋਵੇ, ਪਰ ਉਹ ਬਿਲਕੁਲ ਸੈਟਬੈਕ ਲੱਗਿਆਗਾ। ਕਿਸਾਨਾਂ ਦੀ ਜਿਹੜਾ ਅੰਦੋਲਨ ਦਾ ਜਿਹੜਾ ਮੌਜੂਦਾ ਰੂਪ ਹੈ, ਉਹਦੇ ਕਰਕੇ ਵੀ ਇਹ ਪੈਸਿਵਨੈਸ ਆਈ ਹੈਗੀ। ਉਹ ਰੂਪ ਹੈ ਜਿਹੜਾ ਉਹਦੇ ਵਿੱਚ, ਕਿਉਂਕਿ ਜਿਹੜੇ ਐਕਸ਼ਨ ਪਲਾਨ ਹੈਗਾ ਉਸ ਤਰ੍ਹਾਂ ਦਾ ਐਕਟਿਵ ਨਹੀਂ ਹੈਗਾ ਵੀ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਜਾਂ ਸਰਕਾਰ ਉੱਪਰ ਦਬਾਅ ਬਣਾਇਆ ਜਾ ਸਕੇ। ਅੰਦੋਲਨ ਦਬਾਅ ਬਣਾਉਣ ਲਈ ਹੁੰਦਾ, ਉਹ ਦਬਾਅ ਨਹੀਂ ਬਣ ਰਿਹਾ ਹੈਗਾ। ਉਹ ਦਬਾਅ ਬਣਾਉਣ ਦੀ ਜ਼ਰੂਰਤ ਹੈ। ਕਿਸਾਨ ਜਥੇਬੰਦੀਆਂ ਨੂੰ, ਹੋਰ ਜਿਹੜੀਆਂ ਭਰਾਤਰੀ ਜਿਹੜੀਆਂ ਜਥੇਬੰਦੀਆਂ, ਉਹਨਾਂ ਨਾਲ ਗੱਲਬਾਤ ਕਰਕੇ, ਸਿਆਸੀ ਧਿਰਾਂ ਵੀ ਕਈ ਹੁਣ ਆ ਚੁੱਕੀਆਂ ਨੇ ਕਿਸਾਨਾਂ ਦੀ ਹਮਾਇਤ ਦੇ ਉੱਪਰ, ਉਹਨਾਂ ਨਾਲ ਮਿੱਥ ਕੇ ਕੋਈ ਇਸ ਤਰ੍ਹਾਂ ਦਾ ਜਾਂ ਰਲ ਕੇ ਜਾਂ ਗੱਲਬਾਤ ਕਰਕੇ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਿੱਤਾ ਜਾ ਸਕਦਾ ਜਿਹਦੇ ਨਾਲ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ। ਪਰ ਇਹ ਮਸਲੇ ਦਾ ਮੇਰੇ ਖਿਆਲ ਹੱਲ ਹੋਣਾ ਚਾਹੀਦਾ। ਬਹੁਤ ਲੰਬਾ ਚੱਲਣਾ ਕਿਸਾਨਾਂ ਦੇ, ਪੰਜਾਬ ਦੇ ਹਿੱਤਾਂ ਵਿੱਚ ਨਹੀਂ ਹੈਗਾ। ਸਾਡੇ ਆਮ ਲੋਕਾਂ ਦੇ ਵਿੱਚ ਬਹੁਤ ਤਰ੍ਹਾਂ ਦੀ ਨਿਰਾਸ਼ਾ ਪਾਈ ਜਾ ਰਹੀ ਹੈਗੀ। ਉਹ ਨਿਰਾਸ਼ਾ ਤਾਂ ਦੂਰ ਹੋ ਸਕਦੀ ਜੇ ਅਸੀਂ ਇਸ ਮਸਲੇ ਦਾ ਕੋਈ ਹੱਲ ਕੱਢੀਏ। ਕਿਸਾਨ ਜਥੇਬੰਦੀ, ਮੈਂ ਇਸ ਕਰਕੇ ਕਹਿ ਰਿਹਾ ਵੀ ਕਿਸਾਨ ਜਥੇਬੰਦੀਆਂ ਨੂੰ ਬਹੁਤ ਦੂਰ ਤੱਕ ਸੋਚਣਾ ਚਾਹੀਦਾ। ਇਹ ਸੋਚਣਾ ਚਾਹੀਦਾ ਵੀ ਅੱਜ ਤੋਂ 6 ਮਹੀਨਾ ਬਾਅਦ ਕਿਸਾਨਾਂ ਦੇ ਪਰਿਵਾਰਾਂ ਦੀ ਕੀ ਹਾਲਤ ਹੋਊ, ਜਿਨ੍ਹਾਂ ਦੇ ਪਰਿਵਾਰ ਦੇ ਜੀ, ਜਿਨ੍ਹਾਂ ਦੇ ਟਰੈਕਟਰ, ਜਿਨ੍ਹਾਂ ਦੀਆਂ ਘਰ ਵਾਲੀਆਂ ਜਾਂ ਹੋਰ ਪਰਿਵਾਰ ਦੇ ਮੈਂਬਰ ਦਿੱਲੀ ਵਿੱਚ ਬੈਠੇ ਨੇ 7 ਮਹੀਨਿਆਂ ਤੋਂ, ਕਿੰਨਾ ਨੁਕਸਾਨ ਉਹਨਾਂ ਦਾ ਹੋ ਚੁੱਕਾ ਹੈ, ਕਿੰਨਾ ਉਹ ਪੈਸਾ ਆਪਣੇ ਪੱਲਿਓਂ ਖਰਚ ਕਰ ਚੁੱਕੇ ਨੇ। ਇਸ ਕਰਕੇ ਸਾਨੂੰ ਇਸ ਮੁੱਦੇ ਉੱਪਰ ਬਹੁਤ ਇੱਕ ਸਮਾਜਿਕ ਮੁੱਦਾ ਬਣ ਜਾਣਾ ਆਉਣ ਵਾਲੇ ਸਮੇਂ ਵਿੱਚ। ਆਰਥਿਕਤਾ ਹੈਗੀ ਹੀ ਹੈ, ਉਹ ਸਮਾਜਿਕ ਮੁੱਦਾ ਨਾ ਬਣੇ, ਨਾ ਸੰਕਟ ਵੱਡਾ ਪੈਦਾ ਹੋਵੇ, ਨਾ ਖੁਦਕਸ਼ੀਆਂ ਹੋਣ, ਨਾ ਪਰਿਵਾਰਾਂ ਲਈ ਸੰਕਟ ਪੈਦਾ ਹੋਣ, ਰੋਜੀ ਰੋਟੀ ਦਾ ਸੰਕਟ ਪੈਦਾ ਹੋਵੇ। ਇਸ ਕਰਕੇ ਸਾਨੂੰ ਇਹਦੇ ਉੱਤੇ ਵੀ ਸੋਚਣਾ ਚਾਹੀਦਾ ਕਿ ਜਿਹੜੀ ਕਿਸਾਨ ਅੰਦੋਲਨ ਦੀ ਜਿੱਤ ਹਾਰ ਦਾ ਫੈਸਲਾ ਇਸ ਗੱਲ ਉੱਪਰ ਨਿਰਭਰ ਕਰਦਾ ਵੀ ਅਸੀਂ ਕਿਸ ਤਰ੍ਹਾਂ ਦੀ ਕੂਟਨੀਤੀ ਅਪਣਾਉਂਦੇ ਹਾਂ, ਕਿਸ ਤਰ੍ਹਾਂ ਦਾ ਸਰਕਾਰ ਉੱਪਰ ਦਬਾਅ ਬਣਾਉਂਦੇ ਹਾਂ, ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੇ ਹਾਂ। ਜੀ, ਜਿਹੜਾ ਤੁਸੀਂ ਕਿਹਾ ਕਿ ਹਾਂ ਠੀਕ ਹੈ, ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਵੀ ਲੀਨੀਅੰਟ ਹੋਣਾ ਚਾਹੀਦਾ ਤੇ ਕਿਸਾਨਾਂ ਨੂੰ ਵੀ ਬੜਾ ਸੋਚ ਸਮਝ ਕੇ ਜਿਹੜੀ ਜਥੇਬੰਦੀਆਂ ਉਹਨਾਂ ਨੂੰ ਇਹਦੇ ਤੇ ਐਕਸ਼ਨ ਲੈਣੇ ਚਾਹੀਦੇ ਆ। ਕੁਛ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕੁਛ ਜਿਹੜੇ ਨੈਸ਼ਨਲ ਟੀਵੀ ਚੈਨਲਸ ਆ ਉਹਦੇ ਤੇ ਇਹ ਦਿਖਾਇਆ ਗਿਆ ਕਿ ਇੱਥੇ ਆਹ ਮੈਡੀਕਲ ਫੈਸਿਲਿਟੀਜ਼ ਹੈ, ਇੱਥੇ ਲੰਗਰ ਨੇ, ਔਰ ਇੱਥੇ ਇਹ ਜਿਹੜਾ ਪੈਸਾ ਹੈ ਇਹ ਪਾਕਿਸਤਾਨ ਤੋਂ ਆ ਰਿਹਾ ਜਾਂ ਇਹ ਪੈਸਾ ਖਾਲਿਸਤਾਨੀ ਭੇਜ ਰਹੇ ਆ। ਉਹ ਹਾਲਾਂਕਿ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਜਾਂਦੀ ਹੈ ਤੇ ਉਹ ਕਹਿੰਦੇ ਆ ਕਿ ਗੁਰੂ ਸਾਹਿਬ ਨੇ ਲੰਗਰ ਦੀ ਫਿਰ ਚੜਾਈ ਸੀ, ਅਸੀਂ ਉਹਦੇ ਵਿੱਚ ਸੇਵਾ ਕਰਦੇ ਹਾਂ। ਤੁਸੀਂ ਇਸ ਨੂੰ ਕਿਹੜੇ ਐਂਗਲ ਤੋਂ ਦੇਖਦੇ ਹੋ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਪ੍ਰਚਾਰ ਸੀਗਾ ਇਹ ਮੇਰੇ ਖਿਆਲ ਹੁਣ ਓਵਰ ਹੋ ਚੁੱਕਾ ਹੈ। ਇਹਦਾ ਕਿਸੇ ਨੇ ਕੋਈ ਸੁਣਿਆ ਨਹੀਂ ਹੈਗਾ। ਜੇ ਸੁਣਿਆ ਜਾਂਦਾ ਤਾਂ ਲੱਖਾਂ ਕਿਸਾਨ ਉੱਥੇ ਨਹੀਂ ਹੋਣੇ ਸੀਗੇ, ਲੱਖਾਂ ਕਿਸਾਨ ਆਪਣੇ ਘਰਾਂ 'ਚ ਵਾਪਸ ਆ ਜਾਣੇ ਸੀਗੇ। ਦੂਸਰਾ, ਜਿਹੜੀ ਕਿਸਾਨਾਂ ਨੂੰ ਹਮਾਇਤ ਮਿਲਦੀ ਹੈ, ਜੇ ਕਿਸੇ ਅੰਦੋਲਨ ਨੂੰ ਪੈਸਾ ਮਿਲ ਰਿਹਾ ਤਾਂ ਇਸ ਕਰਕੇ ਮਿਲ ਰਿਹਾ ਨਾ ਵੀ ਬਹੁਤ ਸਾਰੇ ਲੋਕ, ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ। ਇਹ ਕੋਈ ਨੈਗੇਟਿਵ ਗੱਲ ਨਹੀਂ ਹੈਗੀ, ਇਹ ਲੋਕਤੰਤਰ ਦਾ ਹਿੱਸਾ ਹੈ, ਸਾਡੇ ਸਮਾਜ ਦਾ ਇੱਕ ਹਿੱਸਾ ਹੈ। ਕੋਈ ਵੀ ਇਸ ਤਰ੍ਹਾਂ ਦੀ ਜਦੋਂ ਕੋਈ ਮੁਹਿੰਮ ਚੱਲਦੀ ਹੈ, ਕੋਈ ਵੀ ਅਸੀਂ ਜਦੋਂ ਬਦਲਾਅ ਲਈ ਲੜਦੇ ਹਾਂਗੇ, ਈਵਨ ਆਜ਼ਾਦੀ ਦੇ ਅੰਦੋਲਨ ਵਿੱਚ ਵੀ ਬਹੁਤ ਸਾਰਾ ਪੈਸਾ ਖਰਚ ਹੋਇਆ। ਲੰਗਰ ਤਾਂ ਇੱਕ ਪਰੰਪਰਾ ਹੈਗੀ, ਮੇਰੇ ਖਿਆਲ ਸਿੱਖ ਭਾਈਚਾਰੇ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਰੋਟੀ ਮਿਲ ਰਹੀ ਹੈਗੀ। ਉੱਥੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੋਟੀ ਮਿਲਦੀ ਹੈ, ਦੂਸਰੇ ਲੋਕਾਂ ਨੂੰ ਜਿਹੜੇ ਪਛੜੇ ਹੋਏ ਗਰੀਬ ਲੋਕ ਨੇ ਉਹਨਾਂ ਨੂੰ ਵੀ ਰੋਟੀ ਮਿਲਦੀ ਹੈ। ਇਹ ਕੋਈ ਬੁਰਾਈ ਨਹੀਂ ਹੈਗੀ, ਨਾ ਹੀ ਕੋਈ ਇਹ ਬਗਾਵਤ ਹੈਗੀ। ਲੰਗਰ ਦੀ ਪਰੰਪਰਾ ਦਾ ਬੇਸ਼ੱਕ ਹੋਰ ਅਰਥ ਸੀਗਾ। ਗੁਰੂ ਸਾਹਿਬਾਂ ਨੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਜਾਤ ਪਾਤ ਮਿਟਾਉਣਾ ਸੀਗਾ, ਪੰਗਤ ਦੇ ਵਿੱਚ ਬਿਠਾ ਕੇ ਸਾਰਿਆਂ ਨੂੰ ਇੱਕ ਬਰਾਬਰ ਦਰਸਾਉਣਾ ਸੀ। ਪਰ ਉਹ ਲੰਗਰ ਨੇ ਹੁਣ ਨਵਾਂ ਸਰੂਪ ਲੈ ਲਿਆ। ਲੰਗਰ ਸਾਡੀ ਸਮਾਜ ਦੇ ਵਿੱਚ ਜਿਹੜੀ ਭੁੱਖਮਰੀ ਫੈਲੀ ਹੋਈ ਹੈ, ਗਰੀਬੀ ਫੈਲੀ ਹੋਈ ਹੈ, ਉਹਦੇ ਵਿੱਚ ਵੀ ਸਹਾਈ ਹੋ ਰਿਹਾ। ਵੱਡੀ ਗੱਲ ਇਹ ਹੈ ਵੀ ਸਾਰੇ ਸਿੱਖ ਜਿਹੜੇ ਨੇ ਉਹ ਲੰਗਰ ਦੇ ਵਿੱਚ ਯੋਗਦਾਨ ਪਾ ਰਹੇ ਨੇ। ਉਹ ਗੁਰਦੁਆਰਿਆਂ ਵਿੱਚ ਤਾਂ ਚੱਲ ਹੀ ਰਹੇ ਨੇ ਲੰਗਰ, ਸੜਕਾਂ ਉੱਪਰ ਵੀ ਲੰਗਰ ਚੱਲ ਰਹੇ ਨੇ, ਅੰਦੋਲਨ ਦੀ ਥਾਂ ਉੱਪਰ ਵੀ ਅੰਦੋਲਨ ਚੱਲ ਰਹੇ ਨੇ, ਲੰਗਰ ਚੱਲ ਰਹੇ ਨੇ। ਇਹ ਬੜੀ ਵੱਡੀ ਗੱਲ ਹੈ ਮੇਰੇ ਖਿਆਲ ਸਾਡੇ ਲਈ, ਸਾਡੇ ਭਾਈਚਾਰੇ ਦੇ ਤੌਰ ਤੇ, ਪੰਜਾਬੀਆਂ ਲਈ ਖਾਸ ਤੌਰ ਤੇ ਇਹ ਬੜੀ ਅੱਛਾ ਇੱਕ ਅਹਿਸਾਸ ਹੈਗਾ। ਸਾਨੂੰ ਇਸ ਨੂੰ ਜਾਰੀ ਰੱਖਣਾ ਚਾਹੀਦਾ ਕੋਈ ਵੀ ਸਥਿਤੀ ਹੋਵੇ, ਕਿਉਂਕਿ ਅਸੀਂ ਦੂਸਰੇ ਲੋਕਾਂ ਦੀ, ਅਸੀਂ ਜੰਮੂ ਕਸ਼ਮੀਰ ਵਿੱਚ ਵੀ ਜਦੋਂ ਬਹੁਤ ਮਾੜੇ ਹਾਲਾਤ ਹੋਏ, ਹੜ੍ਹ ਆ ਗਏ ਸੀਗੇ,
ਉਦੋਂ ਵੀ ਲੰਗਰ ਲਾਏ ਗਏ, ਉੱਤਰਾਖੰਡ ਵਿੱਚ ਵੀ ਲੰਗਰ ਲੱਗੇ, ਹਰ ਥਾਂ ਤੇ ਸਾਡੇ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਦੀ ਸੇਵਾ ਕਰਦੇ ਨੇ। ਉਹ ਬਹੁਤ ਵੱਡੀ ਗੱਲ ਹੈ। ਇਸ ਜੇ ਲੰਗਰ ਨੂੰ ਕੋਈ ਬਦਨਾਮ ਕਰਦਾ, ਮੇਰੇ ਖਿਆਲ ਉਹਨੂੰ ਮਨੁੱਖ ਕਹਿਣਾ ਵੀ ਸਹੀ ਨਹੀਂ ਹੈਗਾ, ਉਹਨੂੰ ਪੱਤਰਕਾਰਤਾ ਬਾਅਦ ਦੀ ਗੱਲ ਹੈਗੀ। ਤੇ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਇਹ ਚੱਲਦੀਆਂ ਰਹਿੰਦੀਆਂ ਸਮਾਜ ਦੇ ਵਿੱਚ, ਬਹੁਤ, ਕਿਉਂਕਿ 1-2% ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਨੈਗੇਟਿਵ ਗੱਲਾਂ ਕਰਦੇ ਨੇ, ਨੈਗੇਟਿਵ ਗੱਲਾਂ ਤੋਂ ਖੱਟਦੇ ਵੀ ਨੇ। ਪਰ ਇਹ ਸਾਰੀ ਦੁਨੀਆ ਦੇ ਵਿੱਚ ਪਤਾ ਹੈ ਇਸ ਗੱਲ ਦਾ, ਕਿਉਂਕਿ ਜਿਹੜਾ ਸਮਰਥਨ ਕਿਸਾਨ ਅੰਦੋਲਨ ਨੂੰ ਮਿਲਿਆ ਉਹਦੇ ਕਾਰਨ ਨੇ, ਬਕਾਇਦਾ ਉਹ ਕਿਸਾਨ ਅੰਦੋਲਨ ਦੀ ਖਾਸੀਅਤ ਕਰਕੇ ਉਹਨੂੰ ਮਿਲਿਆ। ਕਿਸਾਨ ਅੰਦੋਲਨ ਨੇ ਸਾਡੇ ਇੱਕ ਜਿਹੜਾ ਪੋਲੀਟੀਕਲ ਖਾਸਾ ਸੀ ਉਹਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਹੈ। ਹਿੰਦੁਸਤਾਨ ਦੇ ਵਿੱਚ ਜਿਹੜੀ ਲੋਕਤੰਤਰ ਦਾ ਜਿਹੜਾ ਮਹਾਨ ਆ ਜਾਂ ਲੋਕਤੰਤਰ ਦੀ ਜਿਹੜੀ ਦਿਸ਼ਾ ਹੈ ਉਹਨੂੰ ਵੀ ਸਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕਤੰਤਰ ਇੱਕ ਫਾਸੀਵਾਦ ਵੱਲ ਜਾ ਰਿਹਾ ਸੀਗਾ, ਉਹਨੂੰ ਵੱਡੀ ਠੱਲ ਪਾਈ ਹੈ ਕਿਸਾਨਾਂ ਦੇ ਅੰਦੋਲਨ ਨੇ। ਕਿਉਂਕਿ ਹੁਣ ਇਹ ਸਾਰੀਆਂ ਜਥੇਬੰਦੀਆਂ ਨੂੰ, ਸਾਰੀਆਂ ਪਾਰਟੀਆਂ ਨੂੰ ਵੀ ਸਮਝ ਆ ਗਈ ਹੈ ਵੀ ਕਿਸਾਨਾਂ ਦੇ ਹੁੰਦੇ, ਕਿਸਾਨ ਅੰਦੋਲਨ ਦੇ ਹੁੰਦੇ, ਕਿਸਾਨ ਜਥੇਬੰਦੀਆਂ ਦੇ ਹੁੰਦੇ ਇਸ ਤਰ੍ਹਾਂ ਦੀ ਮਨਮਾਨੀ ਸੰਭਵ ਨਹੀਂ ਹੈਗੀ ਸਾਡੇ ਲੋਕਤੰਤਰ ਦੇ ਵਿੱਚ। ਸਾਡੇ ਲੋਕਤੰਤਰ ਨੂੰ ਤੋੜਨਾ, ਸੰਵਿਧਾਨ ਨੂੰ ਤੋੜਨਾ ਜਾਂ ਕਾਨੂੰਨ ਦੇ ਵਿਰੋਧੀ ਗੱਲਾਂ ਕਰਨੀਆਂ ਜਾਂ ਲੋਕਾਂ ਦੇ ਵਿਰੋਧ ਦੇ ਵਿੱਚ ਜਿਹੜਾ ਸਰਕਾਰ ਦਾ ਚੱਲਣਾ, ਇਹ ਸੰਭਵ ਨਹੀਂ ਹੈਗਾ। ਇਹਨੂੰ ਰੋਕਿਆ ਗਿਆ ਬਹੁਤ ਵੱਡੇ ਪੱਧਰ ਤੇ। ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਇਸ ਨੀਤੀ ਦਾ ਜਾਂ ਇਸ ਅੰਦੋਲਨ ਦਾ ਅਸਰ ਦੇਖੋਗੇ, ਬਹੁਤ ਵੱਡਾ ਅਸਰ ਪਏਗਾ। ਇਹ ਬੜਾ ਹਾਂ ਪੱਖੀ ਅਸਰ ਹੈ, ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਉਹ ਸਰਬ ਧਰਮ, ਸਾਰੇ ਧਰਮਾਂ ਦਾ ਸਾਂਝਾ ਦੇਸ਼ ਹੈ। ਅਸੀਂ ਇਸ ਤਰ੍ਹਾਂ ਦਾ ਸਿਸਟਮ ਉਸਾਰਨ ਦੀ ਸੁਪਨਾ ਲਿਆ ਸੀ ਵੀ ਸਾਰੇ ਧਰਮਾਂ ਨੂੰ, ਸਾਰੇ ਧਰਮਾਂ ਦੇ ਲੋਕਾਂ ਨੂੰ, ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਦਾ ਅਹਿਸਾਸ ਹੋਵੇ, ਸਭ ਨੂੰ ਇਨਸਾਫ ਮਿਲੇ। ਇਹ ਗੱਲ ਜੁਦਾ ਵੀ 1947 ਤੋਂ ਬਾਅਦ ਬਹੁਤ ਸਾਰੇ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਆਏ ਜਾਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਸੰਵਿਧਾਨ ਵਿਰੋਧੀ ਕੰਮ ਕੀਤੇ, ਲੋਕਤੰਤਰ ਦੇ ਵਿਰੋਧੀ ਕੰਮ ਕੀਤੇ, ਕੁਝ ਧਾਰਮਿਕ ਤੌਰ ਤੇ ਧਿਰਾਂ ਨੂੰ, ਕੁਝ ਧਿਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਬਹੁਤ ਸਾਰੇ ਵਰਗ ਪੀੜਤ ਹੋਏ ਨੇ, ਖਾਸ ਤੌਰ ਤੇ ਸਾਡੇ ਜਿਹੜੇ ਦਲਿਤ ਵਰਗ ਨੇ, ਉਹਨਾਂ ਦੇ ਨਾਲ ਬਹੁਤ ਬੁਰਾ ਵਿਵਹਾਰ ਹੈ। 70 ਸਾਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੇ ਬਰਾਬਰ ਨਹੀਂ ਲਿਆ ਸਕੇ। ਬੇਸ਼ੱਕ ਸੰਵਿਧਾਨ 'ਚ ਅਸੀਂ ਲਿਖਤਾ, ਬਹੁਤ ਸਾਰੇ ਪ੍ਰੋਗਰਾਮ ਬਣਾਏ ਗਏ, ਪਰ ਉਹ ਵੀ ਇੱਕ ਭ੍ਰਿਸ਼ਟਾਚਾਰ ਦਾ ਕਾਰਨ ਬਣ ਗਏ। ਜਿਹੜੇ ਉਹਨਾਂ ਲੋਕਾਂ ਤੱਕ ਜਿਹੜੀ ਪਹੁੰਚਣਾ ਚਾਹੀਦਾ ਸੀ ਸਹਾਇਤਾ, ਜਿਹੜੀ ਮਦਦ, ਜਿਹੜੀ ਉਹਨਾਂ ਦੀ ਜੀਵਨ ਬਦਲਣੀ ਸੀਗੀ, ਉਹ ਨਹੀਂ ਹੋ ਸਕਿਆ। ਅੱਜ ਵੀ ਤੁਸੀਂ ਪਿੰਡਾਂ ਵਿੱਚ ਜਾ ਕੇ ਦੇਖੋ, ਪਛੜੇ ਜਿਹੜੇ ਜ਼ਿਲ੍ਹੇ, ਸਾਡੇ ਜ਼ਿਲ੍ਹੇ ਨੇ ਜਾਂ ਜਿਹੜੇ ਪਛੜੇ ਜਿਹੜੇ ਸੂਬੇ ਨੇ, ਉਹਨਾਂ ਦੇ ਵਿੱਚ ਲੋਕ ਹਲੇ ਵੀ ਗਰੀਬੀ ਨਰਕ ਭੋਗ ਰਹੇ ਨੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਲੇ ਵੀ ਰੌਸ਼ਨੀ ਨਹੀਂ ਆਈ। ਉਹ ਇਸ ਕਰਕੇ ਨਹੀਂ ਆਈ ਵੀ ਅਸੀਂ ਉਹਨਾਂ ਗੱਲਾਂ ਤੇ ਪਹਿਰਾ ਨਹੀਂ ਦਿੱਤਾ ਜਿਹੜੀਆਂ ਡਾਕਟਰ ਅੰਬੇਦਕਰ ਜੀ ਨੇ ਸਾਨੂੰ ਸਮਝਾਈਆਂ, ਲੋਕਤੰਤਰ ਵਿੱਚ ਲਿਖੀਆਂ ਗਈਆਂ, ਰਿਜ਼ਰਵੇਸ਼ਨ ਦਿੱਤੀ ਗਈ। ਉਹਦੇ ਬਾਵਜੂਦ ਵੀ ਇਹ ਜਿਹੜਾ ਲਾਭ ਸੀਗਾ ਇਹ ਕੁਝ ਚੰਦ ਲੋਕ ਲਿਜਾਂਦੇ ਰਹੇ। ਉਹਨਾਂ ਸਕੀਮਾਂ ਵਿੱਚੋਂ ਹੀ ਕੁਝ ਪੋਲੀਟੀਸ਼ੀਅਨ ਲਾਭ ਉਠਾਉਂਦੇ ਰਹੇ। ਈਵਨ ਪੋਲੀਟੀਕਲ ਫੰਡਿੰਗ ਵੀ ਇਹਨਾਂ ਚੀਜ਼ਾਂ 'ਚ ਹੁੰਦੀ ਰਹੀ ਤੇ ਦਲਿਤਾਂ ਨੂੰ ਵੋਟ ਬੈਂਕ ਬਣਾ ਕੇ ਲੁੱਟਿਆ ਗਿਆ। ਦਲਿਤਾਂ ਦੀ ਜਿਹੜੀ ਹਾਲਾਤ ਬਦਲਣ ਲਈ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਉਸ ਤਰ੍ਹਾਂ ਕੰਮ ਨਹੀਂ ਕੀਤਾ, ਸਿਰਫ ਕਾਂਸੀ ਰਾਮ ਜੀ ਨੇ ਕੰਮ ਕੀਤਾ ਸੀਗਾ। ਜ਼ਰੂਰਤ ਇਸ ਗੱਲ ਦੀ ਹੈ ਵੀ ਦਲਿਤ ਇਸ ਗੱਲ ਨੂੰ ਸਮਝੇ। ਮੈਂ ਬੇਸ਼ੱਕ ਜੱਟ ਹਾਂ, ਮਤਲਬ ਪਰ ਮੈਨੂੰ ਇਸ ਗੱਲ ਦੀ ਬੜੀ ਹਮਦਰਦੀ ਹੈ। ਮੈਂ ਬਹੁਤ ਸਾਰੇ ਆਰਟੀਕਲ ਲਿਖੇ ਨੇ। ਮੈਂ ਅੱਜ ਥੋੜੇ ਦਿਨ ਪਹਿਲਾਂ ਮੈਂ ਲਿਖਿਆ ਸੀ ਵੀ ਦਲਿਤਾਂ ਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਹਿੱਸੇਦਾਰੀ ਜੇ ਲੈਣੀ ਹੈ, ਸਾਡਾ ਜਿਹੜਾ ਸਾਡਾ ਸੱਤਾ ਹੈਗੀ ਜਾਂ ਹੁਕਮਰਾਨੀ ਦੇ ਵਿੱਚ ਜਾਂ ਰਾਜ ਦੇ ਵਿੱਚ ਹਿੱਸੇਦਾਰੀ ਲੈਣੀ ਹੈ, ਤਾਂ ਸਾਨੂੰ ਇਕਜੁੱਟ ਹੋਣਾ ਪਊ। ਸਾਨੂੰ ਸਮਝਣਾ ਪਊ ਵੀ ਅਸੀਂ ਇੱਕੋ ਰਸਤੇ ਜਾਣਾ ਹੈਗਾ। ਅਸੀਂ ਜਦੋਂ ਵੰਡੇ ਹੁੰਦੇ ਹਾਂ ਤਾਂ ਹੀ ਅਸੀਂ ਗੁਲਾਮ ਹੁੰਦੇ ਹਾਂ, ਤਾਂ ਹੀ ਸਾਡੇ ਤੇ ਦੂਸਰੇ ਲੋਕ ਰਾਜ ਕਰਦੇ ਨੇ, ਤਾਂ ਹੀ ਅਸੀਂ ਉਹ ਚੀਜ਼ਾਂ ਨਹੀਂ ਪਾ ਸਕਦੇ ਜਿਹੜੇ ਸਾਨੂੰ ਪਾ ਲੈਣੇ ਚਾਹੁੰਦੇ ਸੀਗੇ। ਕਿਉਂਕਿ ਹੁਣ ਤੱਕ ਅਸੀਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਵਰਗ ਸੀਗੇ ਉਹ ਆਪਣੀਆਂ ਵੋਟਾਂ ਵੇਚਦੇ ਰਹੇ ਜਾਂ ਵੋਟਾਂ ਖਰੀਦੀਆਂ ਜਾਂਦੀਆਂ ਰਹੀਆਂ। ਹੁਣ ਸਾਨੂੰ ਜਾਗਣਾ ਚਾਹੀਦਾ, ਹੁਣ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ। ਇਕੱਲੇ ਦਲਿਤਾਂ ਨੂੰ ਨਹੀਂ, ਕਿਸਾਨਾਂ ਨੂੰ ਵੀ, ਦੂਸਰੇ ਵਰਗਾਂ ਨੂੰ ਵੀ ਉਹ ਜਾਗਣ, ਉਹ ਆਪਣੀ ਸਥਿਤੀ ਨੂੰ ਸਮਝਣ। ਉਹਨੂੰ ਬਦਲਣ ਲਈ ਤਾਂ ਹੀ ਅਸੀਂ ਬਦਲ ਸਕਦੇ ਹਾਂ ਜੇ ਅਸੀਂ ਆਪ ਬਦਲਾਂਗੇ। ਜੀ, ਤੁਸੀਂ ਗੱਲ ਕੀਤੀ ਕਾਂਸ਼ੀ ਰਾਮ ਹੋਣਾ ਦੀ, ਦਲਿਤ ਪੋਲੀਟਿਕਸ ਦੀ ਗੱਲ ਕੀਤੀ। ਜਿਹੜੀ ਦਲਿਤ ਰਾਜਨੀਤੀ ਦੇ ਬਾਰੇ ਚ ਕਾਂਸ਼ੀ ਰਾਮ ਹੋਣਾ ਦਾ ਇੱਕ ਬਹੁਤ ਵੱਡਾ ਬਿਆਨ ਸੀ ਰਿਜ਼ਰਵੇਸ਼ਨ ਦੇ ਵਿੱਚ। ਉਹਨਾਂ ਨੇ ਕਿਹਾ ਕਿ ਦਲਿਤਾਂ ਦਾ ਸਭ ਤੋਂ ਵੱਡਾ ਨੁਕਸਾਨ ਪੋਲੀਟੀਕਲ ਰਿਜ਼ਰਵੇਸ਼ਨ ਕਰਕੇ ਹੋ ਰਿਹਾ। ਜਿਹੜੇ ਜੀ ਬਿਲਕੁਲ ਪੋਲੀਟੀਕਲ ਰਿਜ਼ਰਵੇਸ਼ਨ ਹੈ, ਜਿਹੜਾ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਲੋਕ ਵਿਧਾਨ ਸਭਾ ਚ ਜਾਂ ਰਾਜ ਸਭਾ ਦੇ ਵਿੱਚ ਰਿਜ਼ਰਵ ਸੀਟਾਂ ਤੇ ਜਿੱਤ ਕੇ ਜਾਂਦੇ ਆ, ਉਹੀ ਲੋਕ ਨੇ ਜਿਹੜਾ ਕਿ ਦਲਿਤਾਂ ਦਾ ਸਭ ਤੋਂ ਵੱਡਾ ਨੁਕਸਾਨ ਕਰਦੇ ਨੇ। ਤੁਸੀਂ ਇਸ ਬਿਆਨ ਨੂੰ ਕਿਸ ਪਾਸਿਓਂ ਦੇਖਦੇ ਹੋ? ਮੈਂ ਬਿਲਕੁਲ ਸਹੀ ਸਮਝਦਾ। ਮੈਂ ਪੱਤਰਕਾਰ ਦੇ ਤੌਰ ਤੇ ਉਹਨਾਂ ਦੇ ਦਰਸ਼ਨ ਕੀਤੇ ਨੇ ਤੇ ਉਹਨਾਂ ਦੀ ਰੂਹ ਮੈਨੂੰ ਅੱਜ ਵੀ ਯਾਦ ਹੈਗੀ। ਉਹਨਾਂ ਵਿੱਚ ਕੰਮ ਕਰਨ ਦਾ ਬਹੁਤ ਵੱਡਾ ਮਾਦਾ ਸੀ। ਉਹਨਾਂ ਨੇ ਇੱਕ ਕ੍ਰਾਂਤੀ ਲਿਆਂਦੀ। ਉਹਨਾਂ ਦੇ ਜਿਹੜੇ ਵਿਚਾਰ ਸੀ ਮੇਰੇ ਖਿਆਲ ਅੱਜ ਵੀ ਸਾਰਥਕ ਨੇ। ਸਾਨੂੰ ਉਹਨਾਂ ਉੱਤੇ ਅੱਗੇ ਤੁਰਨਾ ਚਾਹੀਦਾ। ਉਸ ਤਰ੍ਹਾਂ ਦੀ ਸਾਨੂੰ ਜੇ ਅਸੀਂ ਉਸਾਰੀ ਕਰਨੀ ਹੈ ਆਪਣੇ ਰਾਸ਼ਟਰ ਦੀ, ਤਾਂ ਉਹਨਾਂ ਦੇ ਵਿਚਾਰ ਬਹੁਤ ਬਿਹਤਰ ਨੇ, ਬਹੁਤ ਅੱਜ ਵੀ ਸੰਦਰਭ ਦੇ ਵਿੱਚ ਨੇ। ਵੱਡੀ ਗੱਲ ਇਹ ਹੈ ਸਾਨੂੰ ਕਿਉਂਕਿ ਦਲਿਤ ਖਾਸ ਤੌਰ ਤੇ ਦਲਿਤ ਜਾਗਿਆ ਨਹੀਂ ਉਸ ਤਰ੍ਹਾਂ ਜਿਸ ਤਰ੍ਹਾਂ ਜਾਗਣਾ ਚਾਹੁੰਦੇ ਸੀ। ਦਲਿਤ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਵੀ ਅਸੀਂ
ਤਾਂ ਦਲਿਤਾਂ ਕਿਉਂਕਿ ਅਸੀਂ ਜਾਗੇ ਨਹੀਂ ਹੈਗੇ, ਸਾਨੂੰ ਲੋਕ ਸਾਡੇ ਨਾਂ ਤੇ ਰਾਜਨੀਤੀ ਕਰਦੇ ਨੇ, ਸਾਡੇ ਨਾਂ ਤੇ ਲੋਕ ਸਰਕਾਰਾਂ ਬਣਾਉਂਦੇ ਨੇ, ਪਰ ਸਾਨੂੰ ਉਹਦੇ ਵਿੱਚ ਕੁਝ ਨਹੀਂ ਮਿਲਦਾ ਹੈ। ਕਿਉਂ ਨਹੀਂ ਮਿਲਦਾ? ਕਿਉਂਕਿ ਅਸੀਂ ਆਪਣੀ ਇੱਕ ਧਿਰ ਨਹੀਂ ਬਣਾਈ ਹੈਗੀ, ਅਸੀਂ ਆਪਣਾ ਇਕਜੁੱਟ ਨਹੀਂ ਹੋਏ ਹੈਗੇ। ਜੇ ਅਸੀਂ ਇਕਜੁੱਟ ਹੋਈਏ, ਜੇ ਅਸੀਂ 117 MLA ਨੇ ਪੰਜਾਬ ਦੇ ਵਿੱਚ, ਜੇ 40 MLA ਜਾਂ 35 MLA ਦਲਿਤਾਂ ਦੇ ਆਉਂਦੇ ਨੇ ਤਾਂ ਉਹ ਇਕੱਠੇ ਹੋ ਕੇ ਕੰਮ ਕਰਨ। ਸਰਕਾਰ ਤੋਂ ਕੋਈ ਵੀ ਮੰਗ ਬਣਵਾਈ ਜਾ ਸਕਦੀ ਹੈ ਜੇ ਉਹ ਜੁਨਾਈਟ ਹੋਣ, ਬੇਸ਼ੱਕ ਉਹ ਕਿਸੇ ਵੀ ਪਾਰਟੀ ਵਿੱਚ ਹੋਣ। ਜ਼ਰੂਰਤ ਇਸ ਗੱਲ ਦੀ ਹੈ। ਦੂਸਰੀ ਗੱਲ ਇਹ ਹੈ ਵੀ ਕਿਉਂਕਿ ਸਮਾਂ ਬਦਲ ਚੁੱਕਾ ਹੈ, ਸਿਰਫ ਰਿਜ਼ਰਵੇਸ਼ਨ ਨਾਲ ਅਸੀਂ ਜ਼ਿੰਦਗੀ ਨੂੰ ਨਹੀਂ ਬਦਲ ਸਕਦੇ। ਅਸੀਂ ਦੇਖਿਆ ਵੀ ਰਿਜ਼ਰਵੇਸ਼ਨ ਦਾ ਵੀ ਸਿਰਫ ਕੁਝ ਖਾਸ ਤਰ੍ਹਾਂ ਲਾਭ ਲੈਂਦੀਆਂ ਰਹੀਆਂ, ਭ੍ਰਿਸ਼ਟਾਚਾਰ ਦਾ ਬੜਾ ਵੱਡਾ ਅੱਡਾ ਬਣ ਗਿਆ। ਬਹੁਤ ਸਾਰੇ ਲੋਕਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਲਈਆਂ। ਇਹ ਤੋਂ ਬਿਹਤਰ ਹੈ ਵੀ, ਕਿਉਂਕਿ ਰਿਜ਼ਰਵੇਸ਼ਨ ਕਦੋਂ ਹੁੰਦੀ ਹੈ? ਜਦੋਂ ਮੈਂ ਇਹਦੇ ਬਾਰੇ ਚ ਮੇਰੀ ਸਮਝ ਆ ਗਈ ਵੀ ਰਿਜ਼ਰਵੇਸ਼ਨ, ਕੋਈ ਵੀ ਚੀਜ਼ ਦੀ ਰਿਜ਼ਰਵੇਸ਼ਨ ਉਦੋਂ ਹੁੰਦੀ ਹੈ ਜਦੋਂ ਸਾਡੇ ਕੋਲੇ ਸੋਮਿਆਂ ਦੀ, ਸਾਧਨਾਂ ਦੀ ਘਾਟ ਹੁੰਦੀ ਹੈ। ਜੇ ਸਾਡੇ ਕੋਲੇ 2 ਰੋਟੀਆਂ ਨੇ, ਖਾਣ ਵਾਲੇ 3 ਨੇ, ਤਾਂ ਜ਼ਰੂਰ ਅਸੀਂ ਰਿਜ਼ਰਵੇਸ਼ਨ ਕਰਾਂਗੇ। ਅਸੀਂ ਕਹਾਂਗੇ ਜੀ ਇਹਨੂੰ ਅੱਧੀ ਦੇ ਦਿਓ, ਇਹਨੂੰ ਪੂਰੀ ਦੇ ਦਿਓ। ਸਾਨੂੰ ਇਸ ਤਰ੍ਹਾਂ ਦੀ ਬਹੁਲਤਾ ਪੈਦਾ ਕਰਨੀ ਚਾਹੀਦੀ ਹੈ ਸਾਧਨਾਂ ਦੀ, ਨੌਕਰੀਆਂ ਦੀ, ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਤਾਂ ਕਿ ਸਾਨੂੰ ਰਿਜ਼ਰਵੇਸ਼ਨ ਦੀ ਲੋੜ ਹੀ ਨਾ ਪਵੇ। ਇਹ ਦਲਿਤਾਂ ਨੂੰ ਵੀ ਸਮਝਣਾ, ਰਿਜ਼ਰਵੇਸ਼ਨ ਇਸ ਕਰਕੇ ਰੱਖੀ ਗਈ ਕਿਉਂਕਿ ਸਾਡੇ ਕੋਲ ਨੌਕਰੀਆਂ ਘੱਟ ਸੀ, ਸਾਡੇ ਕੋਲ ਸਾਧਨ ਘੱਟ ਸੀਗੇ, ਇਸ ਕਰਕੇ ਅਸੀਂ ਰਿਜ਼ਰਵੇਸ਼ਨ ਲੱਗੀ। ਉਹਦੇ ਨਾਲ ਬਹੁਤ ਸਾਰੇ ਹੋਰ ਧਿਰਾਂ ਨਾਲ ਬੇਇਨਸਾਫੀ ਹੋਈ ਹੈਗੀ। ਇਹ ਨਹੀਂ ਹੋਣੀ ਚਾਹੀਦੀ ਸੀਗੀ। ਅੱਜ ਵੀ ਇਹਦੇ ਬਾਰੇ ਚ ਇੱਕ ਨਵੀਂ ਸਮਝ ਬਣਾਉਣ ਦੀ ਜ਼ਰੂਰਤ ਹੈ ਵੀ ਸਾਨੂੰ ਆਪਣੇ ਸਾਧਨਾਂ ਦੀ, ਨੌਕਰੀਆਂ ਦੀ, ਹੋਰ ਵੀ ਜਿਹੜੀਆਂ ਚੀਜ਼ਾਂ ਨੇ, ਕਾਰੋਬਾਰ ਦੀ, ਜਾਂ ਜਿਹੜਾ ਸਾਡੇ ਦੇਸ਼ ਦਾ ਪੂਰਾ ਆਰਥਿਕ ਢਾਂਚਾ ਹੈਗਾ, ਉਹਦੇ ਵਿੱਚ ਇੱਕ ਬੜੇ ਬਦਲਾਅ ਦੀ ਜ਼ਰੂਰਤ ਹੈ, ਤਾਂ ਕਿ ਹਰ ਇੱਕ ਨੂੰ ਯੋਗ ਹਿੱਸਾ ਮਿਲੇ, ਹਰ ਇੱਕ ਨੂੰ ਉਹਦੀ ਯੋਗਤਾ ਮੁਤਾਬਕ ਨੌਕਰੀ ਮਿਲੇ, ਹਰ ਇੱਕ ਨੂੰ ਉਹਦੇ ਜਿਹੜਾ ਪਰਿਵਾਰ ਹੈ ਇੱਕ ਪੂਰਾ, ਉਹ ਉਸ ਤਰ੍ਹਾਂ ਦੀ ਸਹੂਲਤਾਂ ਮਾਣ ਸਕੇ ਜਿਹੜਾ ਕੋਈ ਵੱਡੇ ਪਰਿਵਾਰ ਮਾਣਦੇ ਨੇ, ਜਾਂ ਜਿਹੜੇ ਸਾਧਨ ਸੰਪੰਨ ਨੇ। ਕਿਉਂਕਿ ਬਹੁਤ ਸਾਰੇ ਪਰਿਵਾਰ ਨੇ ਅੱਜ ਵੀ ਚਟਨੀ ਨਾਲ ਰੋਟੀ ਖਾਣ ਦੇ ਸਮਰਥ ਨਹੀਂ ਹੈਗੇ, ਅਚਾਰ ਨਾਲ ਵੀ ਰੋਟੀ ਨਹੀਂ ਖਾ ਸਕਦੇ। ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਲਈ 100 ਰੁਪਈਆ ਵੀ ਕਮਾਉਣਾ ਮੁਸ਼ਕਲ ਹੈ ਇੱਕ ਦਿਨ ਦੇ ਵਿੱਚ। ਇਹ ਹਾਲਾਤ ਤਾਂ ਬਦਲ ਸਕਦੇ ਜੇ ਅਸੀਂ ਇਹਨਾਂ ਉੱਤੇ ਕੰਮ ਕਰੀਏ। ਇਕੱਲੇ ਰਿਜ਼ਰਵੇਸ਼ਨ ਦੇ ਨਾਲ, ਕਿਉਂਕਿ ਇੱਕ ਪਰਿਵਾਰ ਹੈ ਜਿਹਦੇ ਵਿੱਚ ਕੋਈ ਬੱਚਾ ਪੜ੍ਹੇ ਨਹੀਂ ਹੈਗਾ, ਤਾਂ ਉਹਦਾ ਰਿਜ਼ਰਵੇਸ਼ਨ ਦਾ ਉਹਨੂੰ ਕੀ ਲਾਭ ਹੈ? ਰਿਜ਼ਰਵੇਸ਼ਨ ਦਾ ਲਾਭ ਉਹਨੂੰ ਜਿਹੜਾ ਪੜ੍ਹੇ ਹੈਗਾ। ਤਾਂ ਪੜ੍ਹਾਈ ਸਾਰਿਆਂ ਲਈ ਜ਼ਰੂਰੀ ਹੋਵੇ, ਸਾਰਿਆਂ ਲਈ ਰਿਜ਼ਰਵੇਸ਼ਨ ਸਭ ਤੋਂ ਵੱਡੀ ਇਹ ਹੈ ਵੀ ਸਭ ਲਈ ਪੜ੍ਹਾਈ ਜ਼ਰੂਰੀ ਹੋਵੇ, ਸਭ ਬੱਚਿਆਂ ਨੂੰ ਪੜ੍ਹਾਇਆ ਜਾਵੇ, ਉਹਨਾਂ ਦੇ ਹਾਲਾਤ ਕੁਝ ਵੀ ਹੋਣ, ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਸਾਰੇ ਦੇਸ਼ਾਂ 'ਚ ਕੰਮ ਚੱਲਦਾ ਹੈਗਾ। ਦੂਸਰਾ ਇਹ ਹੈ ਵੀ ਅਸੀਂ ਜਿਹੜੀ ਨੌਕਰੀਆਂ ਦਾ ਬਹੁਲਤਾ ਪੈਦਾ ਕਰੀਏ, ਅਸੀਂ ਆਪਣਾ ਜਿਹੜਾ ਇਕੋਨਮਿਕ, ਜਿਹੜੀ ਸਾਡੀ ਆਰਥਿਕ ਸਾਰਾ ਲੇਆਊਟ ਹੈ, ਉਹਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੀਏ ਵੀ ਹਰ ਨਾਗਰਿਕ ਲਈ ਨੌਕਰੀ ਉਪਲਬਧ ਹੋਵੇ ਉਹਦੀ ਯੋਗਤਾ ਮੁਤਾਬਕ। ਜੀ ਬਰਾੜ ਸਾਹਿਬ, ਜੋ ਅਸੀਂ ਪਿਛਲੇ ਸਾਲ 1.5 ਸਾਲ ਤੋਂ ਜੀ ਸੰਤਾਪ ਭੋਗ ਰਹੇ ਹਾਂ ਜੀ, ਪੂਰਾ ਜਿਹੜਾ ਕਰੋਨਾ ਨਾਮ ਦਾ ਦੈਂਤ ਹੈ, ਬੜੀਆਂ ਜ਼ਿੰਦਗੀਆਂ ਖਾ ਗਿਆ ਜੀ। ਭਾਰਤ ਸਰਕਾਰ ਦੇ ਕੋਲ ਪੂਰਾ 1 ਸਾਲ ਦਾ ਸਮਾਂ ਸੀ ਜੀ, ਜਦੋਂ, ਜੇ ਆਪਾਂ ਗੱਲ ਕਰੀਏ ਜੀ, ਚਾਈਨਾ ਤੋਂ ਇਟਲੀ, ਜੇ ਉਹ ਸਾਰੇ ਚੀਜ਼ਾਂ ਨੂੰ ਦੇਖੀਏ ਤੇ 1 ਸਾਲ ਦਾ ਪੂਰਾ ਸਮਾਂ ਸੀ ਜੀ। ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮੀ ਹੋਈ ਹੈ, ਕਿੱਥੇ ਚੂਕ ਹੋ ਗਈ ਸਰਕਾਰ ਤੋਂ? ਸਰਕਾਰ ਨੇ ਕਿੱਥੇ ਢਿੱਲ ਵਰਤੀ, ਜਾਂ ਸਰਕਾਰ ਨੇ ਇਹਨੂੰ ਸੀਰੀਅਸਲੀ ਲਿਆ ਹੀ ਨਹੀਂ ਕਿ ਸਾਨੂੰ ਇਹ ਸੰਤਾਪ ਭੋਗਣਾ ਪਿਆ? ਅੱਜ ਉਹ ਵੀ ਦਿਨ ਦੇਖਣੇ ਪਏ ਕਿ ਸਾਨੂੰ ਹਸਪੀਟਲ ਦੇ ਵਿੱਚ ਬੈੱਡ ਤਾਂ ਮਿਲਣਾ ਦੂਰ ਦੀ ਗੱਲ ਹੈ, ਸਾਨੂੰ ਇੱਕ ਆਕਸੀਜਨ ਦਾ ਸਿਲੰਡਰ ਖਰੀਦਣ ਦੇ ਲਈ ਉਹਦੀ ਬਲੈਕ ਹੋ ਰਹੀ ਹੈ ਜੀ। ਜਿੱਥੇ ਇਨਸਾਨ ਮਰੇ ਹੈ ਉੱਥੇ ਇਨਸਾਨੀਅਤ ਵੀ ਮਰੀ ਹੈ। ਬਿਲਕੁਲ। ਤੁਸੀਂ ਇਸ ਚੀਜ਼ ਨੂੰ ਕਿੱਥੇ ਦੇ ਦਿਓ? ਸਰਕਾਰ ਦੀ ਗਲਤੀ ਹੈ ਜਾਂ ਲੋਕਾਂ ਦੀ ਗਲਤੀ ਕਿੱਥੇ ਹੈ? ਦੇਖੋ, ਪਹਿਲੀ ਗੱਲ ਤੇ ਇਹ ਹੈ ਵੀ ਸਾਨੂੰ, ਜੇ ਅਸੀਂ ਕਰੋਨਾ ਤੋਂ ਵੱਡਾ ਜਿਹੜਾ ਕਰੋਨਾ ਹੈ ਉਹ ਸਾਡੇ ਪ੍ਰਬੰਧ ਹੈਗਾ, ਸਾਡਾ ਰਾਜਸੀ ਪ੍ਰਬੰਧ ਹੈ ਜਿਹੜਾ ਹਰ ਨਾਗਰਿਕ ਲਈ ਡਾਕਟਰੀ ਸਹੂਲਤ ਮੁਹੱਈਆ ਨਹੀਂ ਕਰਾ ਸਕਿਆ। ਅੱਜ ਵੀ ਸਾਡੇ ਕੋਲ ਹਸਪਤਾਲਾਂ ਦੀ ਕਮੀ ਹੈ, ਬੈੱਡਾਂ ਦੀ ਕਮੀ ਹੈ, ਡਾਕਟਰਾਂ ਦੀ ਕਮੀ ਹੈ, ਨਰਸਾਂ ਦੀ ਕਮੀ ਹੈ। ਅਸੀਂ ਜਿੰਨੀ ਸਾਡੀ ਆਬਾਦੀ ਉਹਦੇ ਹਿਸਾਬ ਨਾਲ ਸਾਡੇ ਕੋਲੇ ਉਹ 10% ਵੀ ਨਹੀਂ ਹੈਗਾ। ਤੁਸੀਂ ਲਾਓ ਵੀ ਕਰੋਨਾ ਦੇ ਵਿੱਚ ਜਿਹੜੇ ਕੁੱਲ ਮਰੀਜ਼ ਨੇ, ਜਿਹਨੇ ਹੁਣ ਤੱਕ ਜਿਹੜੇ ਮਰੀਜ਼ ਆਏ ਨੇ, ਰਿਪੋਰਟ ਹੋਏ ਨੇ, ਉਹ 1.25 ਕਰੋੜ ਦੇ ਆਸ-ਪਾਸ ਨੇ। ਹੋ ਸਕਦਾ ਉਹ ਵੱਧ ਹੋਣ, ਪਰ ਜੇ 1.25 ਕਰੋੜ ਆਬਾਦੀ ਦਾ 1% ਤੋਂ ਵੀ ਘੱਟ ਬਣਦਾ ਹੈਗਾ। ਜੇ 1% ਆਬਾਦੀ ਨੂੰ ਵੀ ਅਸੀਂ ਸਿਹਤ ਸਹੂਲਤਾਂ ਨਹੀਂ ਦੇ ਸਕਦੇ, ਜਿਵੇਂ ਤੁਸੀਂ ਕਿਹਾ ਆਕਸੀਜਨ ਨਹੀਂ ਦੇ ਸਕਦੇ, ਦਵਾਈਆਂ ਨਹੀਂ ਦੇ ਸਕਦੇ, ਤਾਂ ਸਾਨੂੰ ਲਾਹਨਤ ਹੈਗੀ। ਜੇ ਅੱਧੀ ਆਬਾਦੀ ਬਿਮਾਰ ਹੋ ਜੇ ਫਿਰ ਸਾਡੇ ਨਾਲ ਕੀ ਹੋਵੇ? ਜਾਂ 10% ਲੋਕ ਵੀ ਬਿਮਾਰ ਹੋ ਜਾਣ। ਮਤਲਬ ਉਹ ਜਿਹੜੀ ਕਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਵੱਡੀ ਨਹੀਂ ਸੀ ਜੀ, ਪਰ ਉਹਦੇ ਲਈ ਪ੍ਰਬੰਧ ਸਾਡੇ ਕੋਲ 1% ਲਈ ਪ੍ਰਬੰਧ ਨਹੀਂ ਸੀ। 1% ਆਬਾਦੀ ਲਈ ਵੀ ਸਾਡੇ ਕੋਲ ਪ੍ਰਬੰਧ ਸੀ। ਸਭ ਤੋਂ ਵੱਡਾ ਕਰੋਨਾ ਇਹ ਹੈ ਜਿਹੜਾ ਸਾਡਾ ਸਿਸਟਮ ਹੈ, ਸਾਡਾ ਜਾਂ ਸਾਡੀ ਪੋਲੀਟੀਕਲ ਜਿਹੜੀ ਸੈਟਅਪ ਹੈ, ਇਹ ਸਭ ਤੋਂ ਵੱਡਾ ਕਰੋਨਾ ਹੈ। ਕਰੋਨਾ ਦੇ ਨਾਲ ਬਹੁਤ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਮੌਕੇ ਸਿਰ ਇਲਾਜ ਸਹੂਲਤਾਂ ਸਾਨੂੰ ਨਹੀਂ ਮਿਲ ਸਕੀਆਂ। ਮੌਕੇ ਸਿਰ ਅਸੀਂ ਵੀ ਥੋੜੇ ਜਿਹੇ ਜਾਗਰੂਕ ਨਹੀਂ ਸੀਗੇ। ਪੰਜਾਬ ਸਰਕਾਰ ਦਾ ਇੱਕ ਡਾਟਾ ਇਹ ਕਹਿ ਰਿਹਾ ਵੀ
ਪਿੰਡਾਂ ਦੇ ਵਿੱਚ ਜਿਹੜੇ ਲੋਕ ਬਿਮਾਰ ਹੋਏ ਉਹਨਾਂ ਦੀ ਜ਼ਿਆਦਾ ਮੌਤ ਹੋਈ ਹੈ। ਕਿਉਂਕਿ ਉਹ ਸਮੇਂ ਸਿਰ ਹਸਪਤਾਲ ਨਹੀਂ ਪਹੁੰਚੇ ਹੈਗੇ, ਉਹਨਾਂ ਨੇ ਅਣਗਹਿਲੀ ਕੀਤੀ ਜਾਂ ਉਹ ਸਥਾਨਕ ਪੱਧਰ ਤੇ ਗੋਲੀਆਂ ਵਗੈਰਾ ਲੈਂਦੇ ਰਹੇ, ਉਹਨਾਂ ਦਾ ਮੌਤ ਦੀ ਗਿਣਤੀ ਜ਼ਿਆਦਾ ਹੈਗੀ ਸ਼ਹਿਰਾਂ ਦੇ ਮੁਕਾਬਲੇ 'ਚ। ਪਰ ਸ਼ਹਿਰੀ ਲੋਕਾਂ ਦੀ ਵੀ ਸਥਿਤੀ ਮਾੜੀ ਇਸ ਕਰਕੇ ਰਹੀ ਵੀ ਉਹ ਇਲਾਜ ਇੰਨਾ ਮਹਿੰਗਾ ਸੀਗਾ ਵੀ ਉਹ ਕਰਾਉਣ ਦੇ ਸਮਰਥ ਹੀ ਹੈ ਨਹੀਂ ਸੀ। ਪਿਛਲੇ ਦਿਨੀ ਇੱਕ ਡੀਐਸਪੀ ਦੀ ਡੈਥ ਹੋਈ ਹੈਗੀ, ਜੇਲ੍ਹ ਦੇ ਡੀਐਸਪੀ ਲੁਧਿਆਣੇ ਦੇ ਵਿੱਚ। ਉਹਦੀ ਜਿਹੜੀ ਚੈਟ ਹੈ ਪੜ੍ਹ ਕੇ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ। ਉਹ ਆਪਣੀ ਚੈਟ ਦੇ ਵਿੱਚ ਲਿਖਦਾ ਹੈ, ਮੈਂ ਤੁਹਾਨੂੰ ਦੋ ਗੱਲਾਂ ਦੱਸਦਾ ਜੀ। ਪਹਿਲਾਂ ਉਹਨੇ ਮੈਸੇਜ ਪਾਇਆ ਸੀਐਮ ਨੂੰ ਵੀ ਮੈਨੂੰ ਜਿਹੜੀ ਮਦਦ ਮੇਰੇ ਮਰਨ ਤੋਂ ਬਾਅਦ ਮਿਲਣੀ ਹੈ ਉਹ ਮੈਨੂੰ ਹੁਣ ਦੇ ਦਿਓ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ। ਉਹਨੇ ਉਹਦੀ ਫਾਈਲ 7 ਦਿਨ ਫਾਈਲ ਘੁੰਮਦੀ ਰਹੀ ਸੈਕਟਰੀਏਟ ਦੇ ਵਿੱਚ, ਉਹਦਾ ਕੋਈ ਫੈਸਲਾ ਨਹੀਂ ਹੋਇਆ। ਫਿਰ ਉਹਨੂੰ ਜਦੋਂ ਪਤਾ ਲੱਗਿਆ ਵੀ ਮੈਂ ਹੁਣ ਆਖਰੀ ਸਟੇਜ ਦੇ ਉੱਪਰ, ਕਿਉਂਕਿ ਉਹਦੇ ਫੇਫੜਿਆਂ ਦਾ ਨੁਕਸਾਨ ਹੋ ਚੁੱਕਾ ਸੀ, 1.25 ਕਰੋੜ ਰੁਪਇਆ ਉਹਦੇ ਲਈ ਚਾਹੀਦਾ ਸੀ। ਇੱਕ ਡੀਐਸਪੀ ਲੈਵਲ ਦਾ ਅਫਸਰ 1.25 ਕਰੋੜ ਨਹੀਂ ਖਰਚ ਸਕਿਆ। ਇੱਕ ਆਮ ਆਦਮੀ ਦੀ ਗੱਲ ਬਾਅਦ ਦੇ ਵਿੱਚ ਹੈ। ਤੇ ਉਹਨੇ ਆਪਣੇ ਆਖਰੀ ਮੈਸੇਜ ਲਿਖਿਆ ਵੀ ਤੁਸੀਂ ਮੇਰੀ ਮਦਦ ਨਹੀਂ ਕੀਤੀ ਹੈਗੀ, ਪਰ ਮੈਂ ਮੁੱਖ ਮੰਤਰੀ ਸਾਹਿਬ ਇੱਕ ਕੰਮ ਕਰ ਦਿਓ ਵੀ ਜਿਵੇਂ ਤੁਸੀਂ ਇੱਕ ਅਫਸਰ ਜਦੋਂ ਉਹਦੀ ਡੈਥ ਹੁੰਦੀ ਹੈ ਤਾਂ ਤੁਸੀਂ ਪਹਿਲਾਂ ਵੀ ਨੌਕਰੀ ਦਿੱਤੇ ਨੇ, ਮੇਰੇ ਬੇਟੇ ਨੂੰ ਵੀ ਜ਼ਰੂਰ ਨੌਕਰੀ ਦੇ ਦਿਓ, ਇਕੱਲਾ ਪ੍ਰੋਮਿਸ ਨਾ ਕਰਿਓ। ਉਹ 1.25 ਕਰੋੜ ਕਿਉਂਕਿ ਉਹਨਾਂ ਕੋਲ ਪੈਦਾ ਨਹੀਂ ਹੋ ਸਕਿਆ, ਜਿਹਨਾਂ ਕੋਲ ਹੈ ਨਹੀਂ ਸੀਗਾ, ਇਸ ਕਰਕੇ ਉਹਦੀ ਡੈਥ ਹੋ ਗਈ ਹੈ। ਜੇ ਉਹ ਕੋਈ 1.25 ਕਰੋੜ ਹੁੰਦਾ ਤਾਂ ਸ਼ਾਇਦ ਉਹ ਅੱਜ ਦੁਨੀਆ ਦੇ ਵਿੱਚ ਹੁੰਦਾ। ਇਹ ਇੱਕ ਡੀਐਸਪੀ ਦੀ ਕਹਾਣੀ ਹੈਗੀ। ਆਮ ਲੋਕਾਂ ਦੀ ਕਹਾਣੀ ਇਹ ਤੋਂ ਵੀ ਦਰਦਨਾਕ ਹੈਗੀ। ਆਮ ਲੋਕਾਂ ਲਈ ਇੱਕ ਟੀਕਾ ਜਾਂ ਇੱਕ ਗੈਸ ਸਿਲੰਡਰ ਲੈਣਾ ਇੱਕ ਬਹੁਤ ਵੱਡੀ ਗੱਲ ਹੈ। ਗੈਸ ਸਿਲੰਡਰ ਦੀ ਜਿਹੜੀ ਕਾਰਗੁਜ਼ਾਰੀ ਹੋਈ ਹੈ, ਜਾਂ ਜਿਹੜੀ ਦਵਾਈਆਂ ਦੀ ਕਾਰਗੁਜ਼ਾਰੀ ਹੋਈ ਹੈ, ਜਾਂ ਟੀਕਿਆਂ ਦੀ ਜਾਂ ਵੈਕਸੀਨੇਸ਼ਨ ਦੀ ਕਾਰਗੁਜ਼ਾਰੀ ਹੋ ਰਹੀ ਹੈਗੀ, ਉਹਦੇ ਵਿੱਚ ਵੱਡੇ ਅਫਸਰ ਪੋਲੀਟੀਸ਼ੀਅਨ ਸ਼ਾਮਲ ਨੇ, ਉਹਨਾਂ ਵਿੱਚ ਮਾਫੀਆ ਸ਼ਾਮਲ ਹੈ। ਸਰਕਾਰ ਨੇ ਹਾਲੇ ਤੱਕ ਕਿਸੇ ਖਿਲਾਫ ਕੋਈ ਅਪਰਾਧਿਕ ਕਾਰਵਾਈ ਨਹੀਂ ਕੀਤੀ। ਜਿਹੜੇ ਫੜੇ ਵੀ ਗਏ ਨੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ, ਕਿਉਂਕਿ ਹਾਲਾ ਜਿਹੜਾ ਸਾਡਾ ਕਾਨੂੰਨ ਹੈ ਉਹ ਇਸ ਤਰ੍ਹਾਂ ਦਾ ਹੈ ਹੀ ਨਹੀਂਗਾ ਵੀ ਕਿਸੇ ਖਿਲਾਫ ਕਾਰਵਾਈ। ਦੂਜੀ ਗੱਲ ਜਿਹੜੀ ਸਭ ਤੋਂ ਇਹਦੇ ਵਿੱਚ ਸਮਝਣ ਵਾਲੀ ਗੱਲ ਹੈ ਵੀ ਸਰਕਾਰ ਦੇ ਕੋਲੇ ਨਾ ਪੰਜਾਬ ਸਰਕਾਰ ਕੋਲੇ ਨਾ ਭਾਰਤ ਸਰਕਾਰ ਕੋਲੇ ਇਸ ਤਰ੍ਹਾਂ ਦਾ ਨੈਟਵਰਕ ਹੀ ਹੈ ਨਹੀਂ ਵੀ ਉਹ ਅਪਰਾਧੀਆਂ ਖਿਲਾਫ ਕਾਰਵਾਈ ਕਰ ਸਕੇ, ਉਹ ਕਾਲਬਾਜ਼ਾਰੀ ਖਿਲਾਫ ਕਾਰਵਾਈ ਕਰ ਸਕੇ। ਕਿਉਂਕਿ ਜਿਨ੍ਹਾਂ ਨੇ ਕਰਨੀ ਆ ਉਹ ਵੀ ਭ੍ਰਿਸ਼ਟ ਨੇ, ਉਹਨਾਂ ਕੋਲ ਨੈਟਵਰਕ ਨਹੀਂ ਹੈਗਾ, ਉਹ ਬਹਾਨਾ ਲਾ ਦਿੰਦੇ ਨੇ ਸਾਡੇ ਕੋਲ ਅਫਸਰ ਨਹੀਂ ਹੈਗਾ। ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਡਰੱਗ ਅਫਸਰ ਨਹੀਂ ਹੈਗੇ, ਬਹੁਤ ਸਾਰੀਆਂ ਜਿਹੜੇ ਹੋਰ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਇਹ ਕਾਰਵਾਈ ਕਰਨੀ, ਉਹਨਾਂ ਕੋਲ ਅਫਸਰਾਂ ਦੀ ਉਸ ਤਰ੍ਹਾਂ ਗਿਣਤੀ ਨਹੀਂ ਹੈਗੀ। ਸਿਰਫ ਪੁਲਿਸ ਸਾਰੇ ਕੰਮ ਨਹੀਂ ਕਰ ਸਕਦੀ ਹੈਗੀ, ਵੱਖ-ਵੱਖ ਡਿਪਾਰਟਮੈਂਟਾਂ ਦੀ, ਸੇਲ ਡਿਪਾਰਟਮੈਂਟ ਦੀ ਜਾਂ ਹੋਰ ਜਿਹੜੇ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਇਸ ਗੱਲ ਤੇ ਨਜ਼ਰ ਰੱਖਣੀ ਸੀ ਜਾਂ ਕਾਰਵਾਈ ਕਰਨੀ ਸੀ, ਉਹਨਾਂ ਨੇ ਨਹੀਂ ਕੀਤੀ, ਕਿਉਂਕਿ ਉਹ ਸਾਰੇ ਥਾਵਾਂ 'ਤੇ ਭ੍ਰਿਸ਼ਟਾਚਾਰ ਵੀ ਫੈਲਿਆ ਹੋਇਆ ਤੇ ਉਹਨਾਂ ਕੋਲ ਉਸ ਤਰ੍ਹਾਂ ਦੇ ਸਾਧਨ ਵੀ ਨਹੀਂ ਹੈਗੇ। ਸਰਕਾਰ ਵੱਲੋਂ ਵੀ ਉਹਨਾਂ ਨੂੰ ਕੋਈ ਹੱਲਾਸ਼ੇਰੀ ਨਹੀਂ ਮਿਲਦੀ ਹੈਗੀ, ਕਿਉਂਕਿ ਸਰਕਾਰ ਦੇ ਵਿੱਚ ਵੀ ਭ੍ਰਿਸ਼ਟ ਲੋਕ ਬੈਠੇ ਨੇ। ਜੇ ਉਹਨਾਂ ਨੂੰ ਪੈਸੇ ਪਹੁੰਚਦੇ ਨੇ ਤਾਂ ਉਹ ਚੱਲਣ ਦਿੰਦੇ ਨੇ। ਜਿਵੇਂ ਗੈਸ ਸਭ ਨੂੰ ਪਤਾ ਸੀ ਵੀ ਗੈਸ ਸਿਲੰਡਰਾਂ ਦੀ ਕਾਰਗੁਜ਼ਾਰੀ ਹੋ ਰਹੀ ਹੈ। ਇਹ ਗੈਸ ਸਿਲੰਡਰ ਜਿਹੜਾ 30-35 ਹਜ਼ਾਰ ਦਾ ਵਿਕ ਰਿਹਾ ਹੈਗਾ, ਉਹ ਸਰਕਾਰ ਨੂੰ ਪਤਾ ਸੀ, ਪਰ ਸਰਕਾਰ ਨੇ ਕੋਈ ਬੰਦਾ ਫੜਿਆ ਨਹੀਂ ਹੈਗਾ, ਕੋਈ ਕਾਰਵਾਈ ਨਹੀਂ ਹੋਏਗੀ। ਤੇ ਹੁਣ ਬੇਸ਼ੱਕ ਗੈਸ ਦੀ ਉਪਲਬਧਤਾ ਹੋ ਰਹੀ ਹੈ, ਠੀਕ ਹੈਗੀ, ਪਰ ਇਹ ਚੀਜ਼ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਇੱਥੇ ਹਸਪਤਾਲ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚ ਈਵਨ ਸ਼੍ਰੋਮਣੀ ਕਮੇਟੀ ਦਾ ਇੱਕ ਹਸਪਤਾਲ ਹੈ ਅੰਮ੍ਰਿਤਸਰ ਦੇ ਵਿੱਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੈਨੂੰ ਇਹ ਗੱਲ ਦੱਸੀ ਵੀ ਸਾਡੇ ਕੋਲ ਪਲਾਟ ਹੈਗਾ, ਪਰ ਗੈਸ ਪੈਦਾ ਕਰਨ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਸਾਡੇ ਕੋਲ ਨਹੀਂ ਹੈਗੀਆਂ, ਸਾਡੇ ਕੋਲ ਸਟਾਕ ਖਤਮ ਹੈਗਾ। ਅਸੀਂ ਸਰਕਾਰ ਨੂੰ ਬਾਰ-ਬਾਰ ਲਿਖ ਰਹੇ, ਸਾਨੂੰ ਸਟਾਕ ਨਹੀਂ ਮਿਲ ਰਿਹਾ, ਉਹ ਚੀਜ਼ਾਂ ਨਹੀਂ ਮਿਲ ਰਹੀਆਂ ਹੈਗੀਆਂ। ਮਤਲਬ ਇਹਨੂੰ ਮੇਨਟੇਨ ਕਿਹਨੇ ਕਰਨਾ, ਕਿਹਨੇ ਦੇਖਣਾ ਵੀ ਅਸੀਂ ਇਹ ਚੀਜ਼ ਹਰ ਵਕਤ ਕਾਇਮ ਰਵੇ, ਸਾਡੇ ਕੋਲ ਹਰ ਵਕਤ ਸਾਡੇ ਕੋਲ ਗੈਸ ਹੋਵੇ, ਹਰ ਵਕਤ ਐਮਰਜੈਂਸੀ ਸਹੂਲਤਾਂ ਹੋਣ ਹਰ ਨਾਗਰਿਕ ਲਈ। ਅਸੀਂ ਤਿਆਰ ਹੋਈਏ ਵੀ ਹਰ ਨਾਗਰਿਕ, ਬੇਸ਼ੱਕ ਉਹ 100 ਹੋਵੇ, ਬੇਸ਼ੱਕ ਉਹ 1000 ਹੋਵੇ, ਬੇਸ਼ੱਕ ਲੱਖ ਬੰਦਾ ਬਿਮਾਰ ਹੋਵੇ, ਉਹਦੇ ਲਈ ਬੈੱਡ ਵੀ ਹੋਵੇ, ਉਹਦੇ ਲਈ ਦਵਾਈਆਂ ਵੀ ਹੋਣ। ਇਹ ਚੀਜ਼ਾਂ ਨੂੰ ਸਾਨੂੰ ਉਸਾਰਨ ਦੀ ਜ਼ਰੂਰਤ ਹੈ। ਇੱਕ ਆਧੁਨਿਕ ਦੇਸ਼ ਜਿਹੜਾ ਅਸੀਂ ਕਹਿੰਦੇ ਹਾਂ ਵੀ ਤੀਜੀ ਤਾਕਤ ਜਾਂ ਚੌਥੀ ਤਾਕਤ ਜਾਂ ਪੰਜਵੀਂ ਤਾਕਤ ਜਿਹੜੀ ਬਣਾਉਣੀ ਹੈ ਜੀ, ਇਹ ਚੀਜ਼ਾਂ ਨਾਲ ਬਣੂਗੀ। ਇਹ ਚੀਜ਼ਾਂ ਜਦੋਂ ਤੱਕ ਨਹੀਂ ਪੈਦਾ ਕਰਦੇ ਤਦ ਤੱਕ ਸਾਨੂੰ ਇਹ ਖਾਬ ਵੀ ਨਹੀਂ ਲੈਣਾ ਚਾਹੀਦਾ ਵੀ ਅਸੀਂ ਦੁਨੀਆ ਵਿੱਚ ਇੱਕ ਵੱਡੀ ਤਾਕਤ ਬਣਾਂਗੇ। ਵੱਡੀ ਤਾਕਤ ਸਿਰਫ ਪੈਸੇ ਨਾਲ ਨਹੀਂ ਬਣਦੀ, ਲੋਕਾਂ ਦੇ ਲਈ ਸਹੂਲਤਾਂ ਜਟਾਉਣ ਦੀ ਵੀ ਜ਼ਰੂਰਤ ਹੈ, ਲੋਕਾਂ ਦਾ ਜੀਵਨ ਪੱਧਰ ਉੱਚਾ ਉਠਾਉਣ ਦੀ ਜ਼ਰੂਰਤ ਹੈ। ਲੋਕਾਂ ਦੇ ਲਈ ਸਿਹਤ ਸਹੂਲਤਾਂ, ਪੜ੍ਹਾਈ ਦੀਆਂ ਸਹੂਲਤਾਂ ਬਹੁਤ ਪ੍ਰਾਇਓਰਟੀ ਬੇਸ ਤੇ ਜਾਂ ਤਰਜੀਹੀ ਆਧਾਰ ਦੇ ਉੱਪਰ ਪੈਦਾ ਕਰਨ ਦੀ ਜ਼ਰੂਰਤ ਹੈ। ਜੀ ਸਰ, ਜਿਵੇਂ ਕਿ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਲੋਕ ਜਾਗਰੂਕ ਨਹੀਂ ਆ, ਲੋਕ ਉੱਥੇ ਆਪਣੇ ਲੋਕਲ ਜਿਹੜੇ ਉੱਥੇ ਡਾਕਟਰ ਹੈਗੇ ਆ ਉਹਨਾਂ ਦੇ ਵਿੱਚ ਆਪਣੇ ਆਪਣੇ ਸਾਧਨਾਂ ਦੇ ਨਾਲ ਉਹ ਦਵਾਈ ਲੈ ਕੇ ਜ਼ਿਆਦਾਤਰ ਡਿਸਪ੍ਰਿਨ ਲੈ ਲੈਂਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਉਹ ਕੰਮ ਕਰਦੇ ਆ। ਪਰ ਤੁਸੀਂ ਨਹੀਂ ਸਮਝਦੇ ਕਿ ਇਹ ਸਰਕਾਰ ਦੀ ਇਹ ਨਾਕਾਮਯਾਬੀ, ਸਰਕਾਰ ਲੋਕਾਂ 'ਚ ਅਵੇਅਰਨੈਸ ਲਿਆ ਨਹੀਂ ਸਕੀ ਮੌਕੇ ਤੇ? ਅਵੇਅਰਨੈਸ ਦੇ ਨਾਲ ਸਹੂਲਤਾਂ ਜਟਾਉਣ ਦੀ ਜ਼ਰੂਰਤ ਹੈ ਨਾ। ਪਿੰਡਾਂ ਦੇ ਵਿੱਚ ਕੋਈ ਚੰਗਾ ਹਸਪਤਾਲ ਹੈ ਨਹੀਂ ਕਿਤੇ ਵੀ, ਲੋਕਲ ਡਿਸਪੈਂਸਰੀਆਂ ਨੇ, ਉਹਨਾਂ ਦੇ ਵਿੱਚ ਸਿਰਦਰਦ ਦੀ ਗੋਲੀ ਵੀ ਨਹੀਂ ਮਿਲਦੀ ਹੈਗੀ। ਜਿਹੜਾ ਇੱਕ ਡਾਕਟਰ ਹੈ ਉਹ ਕਈ ਪਿੰਡਾਂ 'ਚ ਜਾ ਕੇ ਡਿਊਟੀ ਦਿੰਦਾ ਹੈਗਾ।
ਦੂਸਰਾ ਵੀ ਸ਼ਹਿਰਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਸਹੂਲਤ ਨਹੀਂ, ਵੀ ਪਿੰਡਾਂ ਦੇ ਲੋਕ ਜੇ ਸ਼ਹਿਰਾਂ 'ਚ ਆਉਣ ਤਾਂ ਉਹਨਾਂ ਨੂੰ ਉਸ ਤਰ੍ਹਾਂ ਸਹੂਲਤ ਮਿਲ ਜੂ, ਜਾਂ ਉਹਨਾਂ ਨੂੰ ਡਾਕਟਰ ਅਟੈਂਡ ਕਰਨਗੇ। ਸਿਵਲ ਹਸਪਤਾਲਾਂ ਵਿੱਚ ਵੀ ਚੰਗਾ ਹਾਲਾਤ ਨਹੀਂ ਹੈਗੇ। ਜਲੰਧਰ ਐਡਾ ਵੱਡਾ ਸ਼ਹਿਰ ਹੈ, ਜਲੰਧਰ ਦੇ ਸਿਵਲ ਹਸਪਤਾਲ ਦੇ ਬਹੁਤ ਮਾੜੇ ਹਾਲਾਤ ਰਹੇ ਇਸ ਸਮੇਂ ਦੌਰਾਨ ਦੇ ਵਿੱਚ। ਜਿਹੜੇ ਨਿੱਜੀ ਹਸਪਤਾਲ ਨੇ ਉਹਨਾਂ ਨੇ ਲੋਕ ਲਾ ਲਏ ਆਪਣੇ ਹਸਪਤਾਲਾਂ ਨੂੰ। ਜਿਹੜੇ ਕਰੋਨਾ ਦਾ ਇਲਾਜ ਕਰਦੇ ਹੈਗੇ ਹਸਪਤਾਲ, ਉਹਨਾਂ ਦੀਆਂ ਦਰਾਂ ਬਹੁਤ ਉੱਚੀਆਂ ਨੇ। ਸਰਕਾਰ ਨੇ ਆਪ ਹੀ ਦਰਾਂ 10-10 ਹਜ਼ਾਰ ਰੁਪਇਆ ਇੱਕ ਦਿਨ ਦਾ ਰੱਖਿਆ ਹੋਇਆ ਸੀਗਾ। ਉਹ 10,000 ਰੁਪਏ ਕੌਣ ਖਰਚ ਕਰ ਸਕਦਾ? ਮੇਰਾ ਖਿਆਲ ਤਾਂ ਨਹੀਂ, ਕੋਈ ਮਿਡਲਮੈਨ ਵੀ ਨਹੀਂ ਖਰਚ ਕਰ ਸਕਦਾ, ਗਰੀਬ ਆਦਮੀ ਤਾਂ ਸੋਚ ਵੀ ਨਹੀਂ ਸਕਦਾ ਹੈਗਾ। ਤੇ ਉਹ 5-10% ਲੋਕ ਨੇ ਜਿਹੜੇ 10,000 ਰੁਪਇਆ ਡੇਲੀ ਬੈੱਡ ਦਾ ਦੇ ਸਕਦੇ ਨੇ। ਪਰ ਇਹ ਚੀਜ਼ਾਂ ਸਾਨੂੰ ਘੱਟੋ ਘੱਟ ਲਾਗਤ ਤੇ ਸਾਨੂੰ ਮੁਹੱਈਆ ਕਰਾਉਣੇ ਚਾਹੀਦੇ ਨੇ। ਜੇ ਇੱਕ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਥੋੜੀ ਹੈਗੀ, ਮਜ਼ਦੂਰ ਦੀ ਮਜ਼ਦੂਰੀ 500 ਹੈ ਜਾਂ 800 ਹੈਗੀ, ਤਾਂ ਉਹ 10,000 ਦੀ ਕਿਵੇਂ ਦੇ ਸਕਦਾ ਹੈਗਾ? ਕਿਸੇ ਹਾਲਤ ਵੀ ਨਹੀਂ ਦੇ ਸਕਦਾ। ਉਹ ਇੰਨੇ ਪੈਸੇ ਕਿੱਥੋਂ ਲਿਆਊਗਾ? ਫਿਰ ਪਰਿਵਾਰ ਦੇ ਵਿੱਚ ਜੇ ਇੱਕ ਤੋਂ ਵੱਧ ਜੀਅ ਬਿਮਾਰ ਹੁੰਦੇ ਨੇ ਤਾਂ ਫਿਰ ਹੋਰ ਹਾਲਾਤ ਔਖੇ ਨੇ। ਇਸ ਕਰਕੇ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਦੇ ਵਿੱਚ ਜਾ ਪਏ, ਕਿਉਂਕਿ ਉਹ ਸਮੇਂ ਸਿਰ ਇਲਾਜ ਨਹੀਂ ਕਰਾ ਸਕੇ। ਉਹਨਾਂ ਵਿੱਚ ਸਮਰਥ ਹੀ ਹੈ ਨਹੀਂ ਸੀਗੀ। ਉਹ ਹੋੜ-ਪੋੜ ਜਿਹੜਾ ਕੀਤਾ, ਉਹਦੇ ਨਾਲ ਹੋਰ ਨੁਕਸਾਨ ਹੋਇਆ। ਇਹ ਜਿਹੜੀ ਬਿਮਾਰੀ ਦੀ ਜਿਹੜੀ ਇੱਕ ਸੀਰੀਅਸਨੈਸ ਸੀ, ਉਹਨੂੰ ਵੀ ਅਸੀਂ ਸਮਝ ਨਹੀਂ ਸਕੇ। ਅਸੀਂ ਆਪਾਂ ਇਹ ਨਹੀਂ ਕਹਿ ਸਕਦੇ, ਸਾਨੂੰ ਅਵੇਅਰਨੈਸ ਸੀ। ਅਵੇਅਰਨੈਸ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ ਵੀ ਬਿਮਾਰੀ ਖਤਰਨਾਕ ਹੈ, ਪਰ ਅਸੀਂ ਇਸ ਗੱਲ ਨੂੰ ਉਸ ਤਰ੍ਹਾਂ ਅਣਗਹਿਲੀ ਨਾਲ ਰਿਹਾ, ਜਿਵੇਂ ਸਾਡਾ ਰਵੱਈਆ ਹੈ ਵੀ ਕੋਈ ਗੱਲ ਨਹੀਂ, ਠੀਕ ਹੋ ਜਾਊਗਾ। ਬੁਖਾਰ ਵੀ ਸਾਨੂੰ ਹੋ ਜਾਂਦਾ, ਅਸੀਂ ਇਸ ਤਰ੍ਹਾਂ ਹੀ ਘੁੰਮਦੇ ਫਿਰਦੇ ਰਹਿਣਾ, ਕੰਮ ਕਰਦੇ ਰਹਿੰਦੇ ਹੈਗੇ। ਪਰ ਇਹ ਬਿਮਾਰੀ ਜਦੋਂ ਸਾਡੇ ਅੰਦਰ ਦਾਖਲ ਹੋ ਜਾਂਦੀ ਹੈ ਤਾਂ ਇਹ ਜਿਉਂ-ਜਿਉਂ ਦਿਨ ਪੈਂਦੇ ਜਾਂਦੇ ਨੇ, ਤਿਉਂ-ਤਿਉਂ ਸਾਡੇ ਲਈ ਖਤਰਨਾਕ ਹੁੰਦੀ ਜਾਂਦੀ ਹੈ, ਜੀਵਨ ਲਈ ਖਤਰਨਾਕ ਹੁੰਦੀ ਹੈ। ਇਹ ਜਾਨਲੇਵਾ ਬਿਮਾਰੀ ਹੈਗੀ। ਬੇਸ਼ੱਕ ਇਹਦਾ ਸਾਹਮਣੇ ਤੌਰ ਤੇ ਪ੍ਰਭਾਵ ਤੇ ਦੇਖਣ ਨੂੰ ਨਹੀਂ ਮਿਲਦਾ ਹੈਗਾ ਵੀ ਤੁਸੀਂ ਤੁਹਾਡੇ ਅੰਦਰ ਹੈਗੀ ਆ ਜਾਂ ਤੁਸੀਂ ਬਿਮਾਰ ਹੋ, ਕਈ ਵਾਰੀ ਲੱਛਣ ਵੀ ਨਹੀਂ ਆਉਂਦੇ। ਪਰ ਉਹ ਜਿਹੜੀ ਇਹ ਡਾਕਟਰ ਹੀ ਇਹ ਕੰਮ ਕਰ ਸਕਦੇ ਨੇ। ਜਿਹੜਾ ਸਟਾਫ ਸੀਗਾ, ਜਿਹੜਾ ਨੈਟਵਰਕ ਬਣਾਉਣ ਦੀ ਜ਼ਰੂਰਤ ਸੀ, ਨਰਸਾਂ ਲਾਉਣ ਦੀ ਜ਼ਰੂਰਤ ਸੀ, ਜਾਂ ਹੋਰ ਜਿਹੜਾ ਮੈਡੀਕਲ ਪੈਰਾਮੈਡੀਕਲ ਸਟਾਫ ਜਿਹੜਾ ਸੀਗਾ, ਉਹ ਲੋਕਾਂ ਨੂੰ ਦੱਸਦਾ ਕਿ ਤੁਹਾਡੇ ਉੱਤੇ ਹਮਲਾ ਹੋ ਚੁੱਕਾ ਹੈ ਜਾਂ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ, ਤੁਹਾਡੇ ਤੇ ਹਮਲਾ ਨਾ ਹੋਵੇ। ਦੂਸਰਾ, ਜਿਹੜੀ ਵੈਕਸੀਨ ਦੀ ਜਿਹੜੀ ਬਹੁਤ ਦੇਰੀ ਨਾਲ ਵੈਕਸੀਨ ਸ਼ੁਰੂ ਹੋਈ ਹੈਗੀ। ਵੈਕਸੀਨ ਹਾਲਾਂਕਿ ਬਣਾਉਣੀ ਸ਼ੁਰੂ ਹੋ ਗਈ ਸੀ, ਨਵੰਬਰ ਦੇ ਵਿੱਚ ਬਣ ਚੁੱਕੀ ਸੀ, ਪ੍ਰਵਾਨ ਹੋ ਚੁੱਕੀ ਸੀ, ਪਰ ਉਹ ਉਸ ਤਰ੍ਹਾਂ ਤਰੀਕੇ ਨਾਲ ਜਿਵੇਂ ਲੱਗਣੀ ਚਾਹੀਦੀ ਸੀਗੀ, ਹਰ ਥਾਂ ਤੇ ਪਹੁੰਚ ਹੋਣੀ ਚਾਹੀਦੀ ਸੀ ਵੈਕਸੀਨ ਦੀ, ਤਾਂ ਕਿ ਕੋਈ ਵੀ ਆਦਮੀ ਜਾਵੇ ਤੇ ਲਵਾ ਸਕੇ। ਉਹ ਨਹੀਂ ਅਸੀਂ ਕਰ ਸਕੇ। ਉਹਦੇ ਨਾਲ ਵੀ ਜੇ ਅਸੀਂ 50% ਆਬਾਦੀ ਨੂੰ ਵੈਕਸੀਨੇਸ਼ਨ ਹੋ ਜਾਂਦੀ ਹਿੰਦੁਸਤਾਨ ਵਿੱਚ, ਤਾਂ ਇੰਨੀਆਂ ਮੌਤਾਂ ਨਹੀਂ ਹੋਣੀਆਂ ਸੀ, ਇੰਨੇ ਲੋਕ ਬਿਮਾਰ ਵੀ ਨਹੀਂ ਹੋਣੇ ਸੀ, ਤੇ ਇੰਨਾ ਲੰਬਾ ਸਮਾਂ ਲਾਕਡਾਊਨ ਦੀ ਜ਼ਰੂਰਤ ਨਹੀਂ ਸੀ। ਲਾਕਡਾਊਨ ਵੀ ਕਿਉਂ ਲਾਉਣਾ ਪਿਆ? ਲਾਕਡਾਊਨ ਕੋਈ ਇਲਾਜ ਨਹੀਂ ਹੈਗਾ, ਨਾ ਹੀ ਲਾਕਡਾਊਨ ਇਸ ਗੱਲ ਦਾ ਕੋਈ ਪੱਕਾ ਹੋਊਗਾ ਜੀ। ਅਸੀਂ ਸਾਡੇ ਵਿੱਚ ਅਨੁਸ਼ਾਸਨ ਹੈ ਨਹੀਂ, ਕਿਉਂਕਿ ਅਸੀਂ ਆਪਣੀ ਏਅਰਪੋਰਟਾਂ ਨੂੰ ਬੰਦ ਕਰ ਸਕੇ, ਕਿਉਂਕਿ ਅਸੀਂ ਜਿਹੜੇ ਲੋਕਾਂ ਨੂੰ ਜਾ ਨਹੀਂ ਸਕੇ, ਬਾਜ਼ਾਰ ਨਹੀਂ ਜਾਣਾ, ਭੀੜ ਨਹੀਂ ਬਣਾਉਣੀ, ਦੂਜੇ ਦੂਰੀ ਰੱਖਣੀ ਹੈ, ਮਾਸਕ ਪਹਿਨਣਾ ਹੈਗਾ। ਉਹ ਇਹ ਚੀਜ਼ਾਂ ਬਹੁਤ ਜ਼ਰੂਰੀ ਸੀਗੀਆਂ। ਮਾਸਕ ਵੀ ਇੱਕ ਬਹੁਤ ਵੱਡੀ ਇੱਕ ਸੇਲ ਦੀ ਚੀਜ਼ ਬਣ ਚੁੱਕੀ ਹੈ ਕਿ ਆਮ ਲੋਕਾਂ ਲਈ ਇੱਕ ਮਾਸਕ ਖਰੀਦਣਾ ਵੀ ਤਾਂ ਸਹੀ ਮਾਸਕ ਹੈ, ਉਹਨੂੰ ਪਤਾ ਹੀ ਨਹੀਂ ਹੈ। ਲੋਕ ਰਬਾਲਾ ਬਰੀ ਫਿਰਦੇ ਨੇ ਜਾਂ ਆਪਣੇ ਕੱਟ ਕੇ ਮੂੰਹ ਤੇ ਬੰਨ ਲੈਂਦੇ ਨੇ। ਇੱਕ ਜਿਹੜਾ ਮੈਡੀਕਲੀ ਤੌਰ ਤੇ ਜਿਹੜਾ ਪ੍ਰਵਾਨਿਤ ਮਾਸਕ ਹੈ, ਉਹ ਵੀ 50 ਰੁਪਏ ਤੋਂ ਘੱਟ ਨਹੀਂ ਮਿਲਦਾ ਹੈਗਾ। ਉਹ 50 ਰੁਪਏ ਵੀ ਹਰ ਆਦਮੀ ਨਹੀਂ ਖਰਚ ਸਕਦਾ ਜਾਂ ਖਰਚਣ ਤੋਂ ਝਿਜਕਦਾ ਹੈ। ਜੀ, ਇਸ ਸਾਡੇ ਨਾਲ ਜੁੜੇ ਹੋਏ ਸੀ ਜਲੰਧਰ ਪੰਜਾਬ ਤੋਂ ਬਲੀ ਸਿੰਘ ਬਰਾੜ ਜੀ, ਸੀਨੀਅਰ ਜਰਨਲਿਸਟ। ਉਹਨਾਂ ਨੇ ਬਹੁਤ ਹੀ ਵਧੀਆ ਤਬਸਰਾ ਕੀਤਾ, ਹਰ ਚੀਜ਼ ਨੂੰ ਵਿਸਥਾਰ ਨਾਲ ਦੱਸਿਆ। ਬਰਾੜ ਸਾਹਿਬ, ਦਰਸ਼ਕਾਂ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ ਇਸ ਤਰ੍ਹਾਂ ਦਾ, ਤੇ ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਦਾ ਤੁਸੀਂ ਖੁਸ਼ਹਾਲ ਰਹੋ, ਸਿਹਤਮੰਦ ਰਹੋ। ਸਾਰੇ ਤੁਹਾਡੇ ਦਰਸ਼ਕ ਵੀ ਬਹੁਤ ਖੁਸ਼ ਰਹਿਣ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਦਰਸ਼ਕੋ। ਇਸੇ ਗੱਲ ਦੇ ਨਾਲ ਮੈਂ ਤੁਹਾਤੋਂ ਇਜਾਜ਼ਤ ਲੈਣਾ। ਅਗਲੇ ਹਫਤੇ ਇਸੇ ਸਮੇਂ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਉਸ ਹਫਤੇ ਵੀ ਬਰਾੜ ਸਾਹਿਬ ਵੀ ਸਾਡੇ ਮਹਿਮਾਨ ਹੋਣਗੇ, ਤੇ ਇੰਡੀਆ ਦੇ ਵਿੱਚ ਜੋ ਪੰਜਾਬ ਦੇ ਵਿੱਚ ਪੋਲੀਟੀਕਲ ਅਲਾਇੰਸ ਹੋ ਰਹੇ ਨੇ, ਚੋਣਾਂ ਆ ਰਹੀਆਂ, ਚੋਣਾਂ ਦੇ ਕਰਕੇ ਸਰਕਾਰ ਕਿੱਧਰ ਨੂੰ ਜਾ ਰਹੀ, ਉਹਦੇ ਬਾਰੇ 'ਚ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ। ਤਦ ਤੱਕ ਲਈ ਜੁੜੇ ਰਹੋ ਟੀਵੀ ਏਸ਼ੀਆ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਤਦ ਤੱਕ ਸਤਿ ਸ਼੍ਰੀ ਅਕਾਲ, ਸ਼ਬਾ ਖੈਰ।